सत श्री अकाल। इकबाणी चैनल वेखण वाले सारे दर्शकों का स्वागत है। दर्शकों, आज साडे नाल गलबात करन दे लई बड़काम तो जुड़े ने सरदार संतपाल सिंह जी। बहुत बहुत स्वागत है तुहाडा इकबाणी चैनल ते। वाहेगुरु जी का खालसा वाहिगुरू जी का खालसा, वाहेगुरु जी की वाहिगुरू जी फतेह। की फतेह। एक बाणी ਦਾ ਸਭ ਤੋਂ जी ਪਹਿਲਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਿੱਖਾਂ ਦੀ ਆਵਾਜ਼ ਨੂੰ ਹਰ ਪਲੇਟਫਾਰਮ ਤੇ ਪਹੁੰਚਾਉਂਦੇ ਨੇ। ਇਸ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ जी। और मैं ਜਿਹੜੇ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨੂੰ ਦੱਸ ਦਵਾਂ ਕਿ ਸਰਦਾਰ ਸੰਤਪਾਲ ਸਿੰਘ ਜੀ ਬੜਗਾਮ ਦੇ ਸਿੱਖ ਗੁਰਦੁਆਰੇ ਨੇ ਜਿਹੜੇ ਉੱਥੋਂ ਦੇ ਪ੍ਰੈਜ਼ੀਡੈਂਟ ਨੇ, ਡਿਸਟ੍ਰਿਕਟ ਗੁਰਦੁਆਰਾ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਔਰ ਬੜਗਾਮ ਕਸ਼ਮੀਰ ਤੋਂ ਇਹ ਸਾਡੇ ਨਾਲ ਜੁੜੇ ਨੇ। ਤੇ ਹੁਣ ਇਹਨਾਂ ਦੇ ਨਾਲ ਆਪਾਂ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹੀ ਰਹੇਗਾ ਕਿ ਜਿਹੜਾ ਹੁਣ ਕਰੋਨਾ ਮਹਾਮਾਰੀ ਚੱਲ ਰਹੀ ਹੈ ਉਹਦੇ ਤੋਂ ਸਾਰੇ ਆਪਾਂ ਜਾਣੂ ਆ ਕਿ ਕਾਫੀ ਜ਼ਿਆਦਾ ਜਿਹੜਾ ਮਾੜੇ ਦੌਰ ਦੇ ਵਿੱਚੋਂ ਅਸੀਂ ਸਾਰੇ ਲੰਘ ਰਹੇ ਹਾਂ, ਲੇਕਿਨ ਮਾਨਸਿਕ ਤੌਰ ਤੇ ਅਗਰ ਅਸੀਂ ਸਟਰੋਂਗ ਆ ਤੇ ਇਸ ਸਮੇਂ ਨੂੰ ਜਲਦੀ ਹੀ ਅਸੀਂ ਇਹਦੇ ਵਿੱਚੋਂ ਬੜੀ ਆਸਾਨੀ ਦੇ ਨਾਲ ਨਿਕਲ ਵੀ ਜਾਵਾਂਗੇ, ਕਿਉਂਕਿ ਸਮਾਂ ਹਰ ਸਮੇਂ ਇੱਕੋ ਜਿਹਾ ਨਹੀਂ ਰਹਿੰਦਾ। ਅਗਰ ਬੁਰਾ ਸਮਾਂ ਆਇਆ ਤਾਂ ਉਹ ਜਲਦ ਹੀ ਨਿਕਲ ਜਾਵੇਗਾ। ਤਾਂ ਤੁਹਾਡੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਜਿਹੜਾ ਡਿਸਟ੍ਰਿਕਟ ਗੁਰਦੁਆਰਾ ਕਮੇਟੀ ਆ ਉਹਦੇ ਰਾਹੀਂ ਕੀ ਸੇਵਾਵਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ, ਸਮਾਜ ਦੇ ਪ੍ਰਤੀ ਕੀ ਫਰਜ਼ ਆ ਜਿਹੜੇ ਨਿਭਾਏ ਜਾ ਰਹੇ ਨੇ? ਜੀ ਭੈਣ ਜੀ, ਗੱਲ ਐਸਾ ਹੈ ਕਿ ਸਾਡਾ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਬੜਗਾਮ ਹੈ, ਇਹਦਾ ਹੈਡ ਆਫਿਸ ਜਿਹੜਾ ਹੈ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਬਰਜ਼ਲਾ ਬਾਗਾਤ ਵਿਖੇ ਹੈ। ਤੇ ਅਸੀਂ 5 ਅਪ੍ਰੈਲ 2020 ਤੋਂ ਜਦੋਂ ਕੋਵਿਡ ਚੱਲਿਆ ਹੈ ਤਦੋਂ ਤੋਂ ਅਸੀਂ ਸੰਗਤਾਂ ਦੇ ਪ੍ਰਤੀ ਤਤਪਰ ਖੜੇ ਹਾਂ। ਕਿਸੇ ਨੂੰ ਰਾਸ਼ਨ ਦੀ ਜ਼ਰੂਰਤ ਸੀ ਸਟਾਰਟਿੰਗ ਦੇ ਵਿੱਚ, ਕਿਸੇ ਨੂੰ ਕੋਈ ਇੱਧਰ ਉੱਧਰ ਜਾਣ ਦੀ ਜ਼ਰੂਰਤ ਸੀ, ਕੁਝ ਮਾਲੀ ਸਹਾਇਤਾ ਸੀ, ਅਸੀਂ ਸਾਰੀਆਂ ਪ੍ਰੋਵਾਈਡ ਕੀਤੀਆਂ ਨੇ। ਉਸ ਤੋਂ ਬਾਅਦ ਜਦੋਂ ਮਹਾਮਾਰੀ ਨੇ ਜ਼ੋਰ ਪਕੜਿਆ ਤੇ ਇਹ ਜਿਹੜਾ ਪੈਂਡੇਮਿਕ ਹੈ ਉਹ ਹੋਰ ਫੈਲ ਗਿਆ ਤੇ ਅਸੀਂ ਫਿਰ ਇੱਕ ਕੋਵਿਡ ਗਰੁੱਪ ਬਣਾਇਆ। ਕੋਵਿਡ ਗਰੁੱਪ ਦੇ ਵਿੱਚ ਅਸੀਂ ਸਾਰੀਆਂ ਸੰਸਥਾਵਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਦੇ ਵਿੱਚ, ਜਿੱਥੇ GPC श्रीनगर, GPC बड़गाम, कश्मीर सिख साई सभा, यूनाइटेड USF, कोमल लाइब्रेरी नाल ਜਿਹੜੇ ਵੀਰ ਜੁੜੇ ਹਨ, ਗੁਰੂ ਹਰਕ੍ਰਿਸ਼ਨ ਸਾਹਿਬ ਜੀਵਨ ਜੋਤ ਸੁਸਾਇਟੀ ਅਤੇ ਹੋਰ ਵੀ ਜਿਹੜੇ ਪੰਥਦਰਦੀ ਹਨ, ਅਸੀਂ ਇਹ ਜੁੜ ਕੇ ਇੱਕ ਜਨ ਡਾਕਟਰ ਸਾਹਿਬਾਨ ਜਿਹੜੇ ਸਾਡੇ ਸਨ ਉਹ ਸਾਡੇ ਨਾਲ ਜੁੜ ਕੇ ਇੱਕ ਗਰੁੱਪ ਕਾਇਮ ਕੀਤਾ ਤਾਂ ਕਿ ਅਸੀਂ ਆਪਣੇ ਜਿਹੜੀ ਕਮਿਊਨਿਟੀ ਹੈ ਇਹਨੂੰ ਹਰ ਸਹੂਲਤਾਂ ਦੇ ਕੇ ਇਹਨਾਂ ਨੂੰ ਬਚਾ ਸਕੀਏ, ਤਾਂ ਕਿ ਇਹ ਮਹਿਸੂਸ ਕੋਈ ਨਾ ਕਰੇ ਕਿ ਇਸ ਪੈਂਡੇਮਿਕ ਦੇ ਵਿੱਚ ਕੋਈ ਕਿਸੇ ਦਾ ਨਹੀਂ ਹੈ। ਜਿਹੜੇ ਇਹ ਸੰਸਥਾਵਾਂ ਨੇ ਇਹ ਬਿਲਕੁਲ ਉਹਨਾਂ ਲੋਕਾਂ ਦੇ ਨਾਲ ਖੜੀਆਂ ਰਹੇ ਨੇ ਤੇ ਅਸੀਂ ਉਦੋਂ ਤੋਂ ਇਹ ਕੰਮ ਸਟਾਰਟ ਕੀਤਾ ਜੀ। ਔਰ ਵੀਰ ਜੀ, ਕੀ ਹਾਲਾਤ ਨੇ ਬੜਗਾਮ ਤੋਂ ਇਸ ਸਮੇਂ ਇਹ ਜਿਹੜਾ ਕੋਰੋਨਾ ਮਹਾਮਾਰੀ ਚੱਲ ਰਹੀ ਹੈ? ਜੀ ਇਸ ਵਕਤ ਜਿਹੜੇ ਸਾਡੇ ਇਸ ਵਕਤ 25 ਪਿੰਡ ਹਨ, ਅਸੀਂ ਸਾਰਿਆਂ ਦੇ ਨਾਲ ਰਾਬਤਾ ਬਣਾਏ ਹੋਏ ਹਾਂ। ਅਸੀਂ ਸਾਡੇ ਪਿੰਡੂ ਵਾਸੀ ਜਿਹੜੀ ਸਾਡੀ ਆਬਾਦੀ ਹੈ ਉਹ ਸ਼੍ਰੀਨਗਰ ਸਿਟੀ ਦੇ ਵਿੱਚ ਰਹਿ ਰਹੀ ਹੈ ਤੇ ਸਾਡੇ ਸਾਰਿਆਂ ਦਾ ਰਾਬਤਾ ਹੈ। ਸਾਡੀ ਹੈਲਪਲਾਈਨ ਹਨ, ਸਾਡਾ ਐਪ ਬਣਿਆ ਹੋਇਆ ਕਿਰਪਾ, ਤੇ ਉਹਦੇ ਨਾਲ ਸਾਰੇ ਲੋਕ ਸਾਡੇ ਨਾਲ ਜੁੜੇ ਹੋਏ ਹਨ। ਜਿਸ ਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੈ, ਇਸ ਵਕਤ ਸਾਡੇ ਕੋਲ ਸਟਾਕ ਬੇਸ਼ੁਮਾਰ ਹੈ। ਸਾਡੇ ਕੋਲ ਆਕਸੀਜਨ ਕੰਸਲਟੇਟਰ ਹਨ ਜਿਹੜੇ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਦੇ ਵਿੱਚ ਰੱਖੇ ਹਨ, ਆਕਸੀਜਨ ਸਿਲੰਡਰ ਹਨ ਜਿਹੜੇ ਉੱਥੇ ਰੱਖੇ ਗਏ ਹਨ। ਜਿਸ ਨੂੰ ਵੀ ਜ਼ਰੂਰਤ ਹੋਵੇ ਸ਼੍ਰੀਨਗਰ, ਬੜਗਾਮ, ਪੁਲਵਾਮਾ, ਅਨੰਤਨਾਗ, ਬਾਰਾਮੂਲਾ ਤੇ ਉੱਥੋਂ ਲੈ ਸਕਦੇ ਨੇ। ਤੇ ਅਸੀਂ ਇਹ ਮਨੁੱਖਤਾ ਦੀ ਸੇਵਾ ਜਿਹੜੀ ਹੈ ਔਰ ਉਹ ਵੀ ਡਾਕਟਰ ਸਾਹਿਬਾਨਾਂ ਦੀ ਜਿਹੜੀ ਹਦਾਇਤ ਹੈ ਉਹਦੇ ਉੱਪਰ ਦਿੱਤੇ ਜਾਂਦੇ ਨੇ ਤਾਂ ਕਿ ਇਹ ਜਿਹੜਾ ਕੰਮ ਹੈ ਅਸੀਂ ਸਮੂਥਲੀ ਕਰ ਸਕੀਏ, ਕਿਸੇ ਗਾਈਡਲਾਈਨ ਦੇ ਤਹਿਤ ਕਰ ਸਕੀਏ। ਬਿਲਕੁਲ ਸਮੂਥਲੀ ਕੰਮ ਚੱਲ ਰਿਹਾ ਹੈ। ਜਿਹੜੇ ਸਾਡੇ ਹਸਪਤਾਲਾਂ ਦੇ ਵਿੱਚ ਲੋਕ ਹਨ, ਚਾਹੇ ਉਹ ਮਤਲਬ ਉਹਨਾਂ ਨਾਲ ਅਟੈਂਡੈਂਟ ਹੈ ਜਾਂ ਬਿਮਾਰ ਹੈ, ਉਹਨਾਂ ਨੂੰ ਸਾਡੀ ਜਿਹੜੀ ਕਿਚਨ ਨਿਰਮਾਣ ਕੰਪਲੈਕਸ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਬੜਗਾਮ ਦੀ ਕਿਚਨ ਹੈ, ਜਿੱਥੇ ਬੈਂਕਟ ਹਾਲ ਹੈ ਸਾਡਾ, ਅਸੀਂ ਬੈਂਕਟ ਹਾਲ ਬੰਦ ਕੀਤਾ ਇਸ ਵਕਤ ਵਿਆਹ ਸ਼ਾਦੀਆਂ ਦੇ ਵਾਸਤੇ, ਪਰ ਉੱਥੇ ਕੋਵਿਡ ਕਿਚਨ ਬਣਾਇਆ ਹੈ ਜਿਸ ਦੇ ਵਿੱਚ ਅਸੀਂ ਸ਼ਾਮ ਸਵੇਰੇ ਜਿਹੜੇ ਹਸਪਤਾਲਾਂ ਦੇ ਵਿੱਚ ਸਾਡੇ ਲੋਕ ਹਨ ਉਹਨਾਂ ਨੂੰ ਅਸੀਂ ਉੱਥੇ ਲੰਗਰ ਜਿਹੜਾ ਮੀਲ ਹੈ ਉਹ ਪ੍ਰੋਵਾਈਡ ਕਰ ਰਹੇ ਹਾਂ। ਕਿਉਂਕਿ ਇਹ ਲੰਗਰ ਇਹਨੂੰ ਆਖ ਨਹੀਂ ਸਕਦੇ ਕਿ ਵੈਜ ਵੀ ਤੇ ਨਾਨ ਵੈਜ ਵੀ ਹੈ। ਐਜ਼ ਪਰ ਦੇ ਡਾਕਟਰਸ ਗਾਈਡਲਾਈਨਸ ਅਸੀਂ ਇਹਦੇ ਪ੍ਰੋਟੀਨ ਜਿਹੜੀ ਸਬਜ਼ੀ ਹੈ ਜੋ ਹੈ ਉਹ ਅਸੀਂ
हर हफ्ते के मुताबिक देंगे हाँ, उतों पैक करके साडे वालंटियर जिहड़े हन उत्थे ले जाते हैं। तो साडे जिहड़े उत्थे नाल अटेंडेंट हैं या बीमार हैं उन्होंने किसी चीज़ की परेशानी नहीं हो रही कि इस वक्त साडे नाल कोई खड़ा नहीं। इस वक्त जिहड़ा कोविड सिख कोविड ग्रुप है वो बिल्कुल इन्होंने नाल खड़ा है। असी साडी अपनी जिहड़ी कश्मीर की सिख संगत है इन्हों के नाल खड़े हाँ, किसी चीज़ की तकलीफ नहीं होने देंगे। असी उन्होंने नाल तत्पर खड़े हाँ। जी और किस तरह ਦੇ ਨਾਲ ਮਤਲਬ ਕਿ ਵਲੰਟੀਅਰਸ ਤੁਸੀਂ ਆਪਣੇ ਤੌਰ ਦੇ ਉੱਤੇ ਜਿੱਦਾਂ ਤੁਸੀਂ ਕਿਹਾ ਕਿ ਤੁਹਾਡਾ ਜਿਹੜਾ ਹੈੱਡ ਆਫਿਸ ਹੈ ਉਹ ਬੁੰਗਾ ਸਾਹਿਬ ਤੋਂ ਜਿਹੜਾ ਸਾਰਾ ਕੰਟਰੋਲ ਹੋ ਰਿਹਾ ਹੈ ਤਾਂ ਇੱਥੇ ਤੁਹਾਡੇ ਕਿੰਨੇ ਵਲੰਟੀਅਰਸ ਨੇ ਤੁਹਾਡੇ ਤੁਸੀਂ ਕਿੰਨੇ ਵਲੰਟੀਅਰਸ ਨੂੰ ਨਾਲ ਲੈ ਕੇ ਚੱਲ ਰਹੇ ਹੋ? देखो जी इस वक्त साडे जिहड़े हन गुरुद्वारा प्रबंधक कमेटी श्रीनगर के जिन्ने मैंबर हैं साडे नाल हन। गुरुद्वारा प्रबंधक कमेटी बड़गाम ते कुदरती साडे नाल है 11-10 मैंबर साडे बिल्कुल तत्पर खड़े हैं। ਉਹਦੇ ਵਿੱਚੋਂ ਸਾਡੇ ਜਿਹੜੇ कश्मीर सिख साई सभा है ਉਹਨਾਂ ਦੇ ਵੀ ਜਿਹੜੇ ਮੈਂਬਰ ਹਨ ਉਹਨਾਂ ਦੀ ਐਗਜ਼ੀਕਿਊਟਿਵ ਬਾਡੀ ਹੈ ਉਹ ਵੀ ਬਿਲਕੁਲ ਨਾਲ ਖੜੀ ਹੈ। ਹੋਰ USF ਜਿਹੜੇ ਵੀਰ ਹਨ ਉਹ ਵੀ ਸਾਰੇ ਖੜੇ ਹਨ। ਹੋਰ ਕੁੰਭ ਲਾਇਬ੍ਰੇਰੀ ਸਾਡੀ ਜਿਹੜੇ ਉੱਤੇ ਸ਼ਹੀਦ ਮੁਗਾ ਸਾਹਿਬ ਦੇ ਕੁੰਭ ਉਹਦੇ ਨਾਲ ਇੱਕ ਗਰੁੱਪ ਬਣਿਆ ਹੈ कुंभ लाइब्रेरी है। उस लाइब्रेरी के वीर हैं जिहड़े बड़ी अनथक सेवा करते हैं। अज तो कोविड के कोविड की करते हैं पर वो इन्हां दी एजुकेशन की सेवा होर भी जिहड़ी लोकां नूं देंदे हैं। ते होर जिहड़े हैं साडे कोल गुरु हरकृष्ण जीवन जोत सोसाइटी असीं ये फैसला कीता सारियां संस्थावां ने मिल के कि जिहड़ा साडा भी जिन्नी भी माया लोग तिल फुल दे रहे हैं वो गुरु हरकृष्ण जीवन जोत सोसाइटी विच आ रही है। ਉਹਦੇ ਵਿੱਚ ਅਸੀਂ ਸਾਰੀਆਂ ਗਰੁੱਪਾਂ ਦਾ ਇੱਕ ਮੈਂਬਰ ਲੈ ਕੇ ਇੱਕ ਪਰਚੇਸਿੰਗ ਗਰੁੱਪ ਬਣਾਇਆ ਹੈ ਜਿਸ ਦੇ ਵਿੱਚ ਅਸੀਂ ਪਰਚੇਸਿੰਗ ਕਰਦੇ ਹਾਂ। ਸਾਰਿਆਂ ਨੂੰ ਪੁੱਛ ਕੇ ਕੀ ਚੀਜ਼ ਲਿਆਣੀ ਹੈ ਕਿਹੜੀ ਖਤਮ ਹੋ ਗਈ ਹੈ ਤੇ ਉਹ ਅਸੀਂ ਉਹ ਪਰਚੇਸ ਕਰਕੇ ਤੇ ਉਸ ਹਿਸਾਬ ਨਾਲ ਪੇਮੈਂਟ ਹੁੰਦੀ ਹੈ। ਬਿਲਕੁਲ ਹਿਸਾਬ ਕਿਤਾਬ ਜਿਹੜਾ ਹੈ ਉਹ ਬਿਲਕੁਲ ਸਹੀ ਤਰੀਕੇ ਨਾਲ ਚੱਲ ਰਿਹਾ ਹੈ। ਜੀ ਔਰ ਇੱਥੇ ਬੜਗਾਮ ਦੀ ਸੰਗਤ ਨੂੰ ਤੁਹਾਡੇ ਵੱਲੋਂ ਕੁਝ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਜਿੱਦਾਂ ਪ੍ਰਸ਼ਾਸਨ ਨੇ ਕਿਹਾ ਹੈ ਕਿ ਜ਼ਿਆਦਾ ਲੋਕਾਂ ਨੂੰ ਇਕੱਠੇ ਹੋਣ ਨਹੀਂ ਦਿੱਤਾ ਜਾ ਰਿਹਾ ਤੇ ਗੁਰੂ ਘਰਾਂ ਦੇ ਆਉਣ ਦੇ ਵਿੱਚ ਵੀ ਕੁਝ ਤੁਸੀਂ ਸੁਝਾਅ ਦਿੱਤੇ ਨੇ ਸੰਗਤ ਨੂੰ ਕਿ ਕਿਸ ਤਰ੍ਹਾਂ ਗੁਰੂ ਘਰ ਆਉਣਾ ਹੈ ਔਰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਿਵੇਂ ਕਰਨਾ ਹੈ। ਤੁਹਾਡੇ ਰਾਹੀਂ ਕੀ ਕੁਝ ਸੂਚੀ ਤਿਆਰ ਕੀਤੀ ਗਈ ਹੈ? ਦੇਖੋ ਅਸੀਂ ਜਿਹੜਾ ਆਪਣੇ ਜਿਹੜੇ ਲੋਕ ਹਨ ਜ਼ਿਲ੍ਹੇ ਦੇ ਲੋਕ ਉਹਨਾਂ ਨੂੰ ਇਹ ਗਾਈਡਲਾਈਨਾਂ ਦਿੱਤੀਆਂ ਹਨ ਕਿ ਕੇਵਲ ਤੇ ਕੇਵਲ ਸਿਰਫ ਜਿਹੜੇ ਗ੍ਰੰਥੀ ਸਿੰਘ ਹਨ ਸਿਰੇ ਨਿਤਨੇਮ ਕਰਨਗੇ। ਆਪ ਜੀ ਘਰਾਂ ਵੀ ਨਿਤਨੇਮ ਕਰੋ क्योंकि कीर्तन जिहड़ा है वो कीर्तन जोड़न वास्ते हुंदा है संगत पर असीं अज कीर्तन ही बंद रखे हैं। होर जिहड़ा लंगर की सेवावां है प्रसाद बिल्कुल बंद रखियां हैं क्योंकि लोगों को ये असीं हिदायतां दित्तियां हैं आप जी घरां विच बैठ ही पूजा पाठ करो क्योंकि रब हर थां है पर इस वक्त जरूरत है कि असीं जमावड़ा नहीं करना। बहुत जरूरत है कि इस वक्त असीं घरां विच ही भी रहिए। जिन्ना असीं घरां विच रहांगे इन्ना सेफ होंगे ਤੇ ਸਾਡੀ ਹਦਾਇਤ ਤੇ ਸਾਡੀ ਜਿਹੜੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਉਹਨਾਂ ਨੇ ਪ੍ਰਵਾਨ ਕਰਕੇ ਸਾਰੇ ਗੁਰਦੁਆਰਿਆਂ ਦੇ ਵਿੱਚ ਸਿਰਫ ਗ੍ਰੰਥੀ ਸਿੰਘ ਹੈ ਸਵੇਰੇ ਨਿਤਨੇਮ ਦੇ ਪਾਠ ਕਰਦੇ ਹਨ। ਉਸ ਤੋਂ ਬਾਅਦ ਦਾਸਾ ਦੇ ਬਾਅਦ ਸਮਾਪਤੀ ਫਿਰ ਸ਼ਾਮ ਨੂੰ ਸੋਹਦਰ ਦਾ ਪਾਠ ਕਰਕੇ ਕੀਰਤਨ ਸੋਹਲ ਦਾ ਸੁਖਾਸਨ ਕਰਦੇ ਨੇ ਤੇ ਲੇਕਿਨ ਅਸਾਂ ਨੇ ਅੱਜ ਸਮਾਗਮਾਂ ਦੀ ਸੂਰਤ ਵਿੱਚ ਗੁਰਦੁਆਰੇ ਬਿਲਕੁਲ ਬੰਦ ਰੱਖੇ ਹਨ। ਜੀ ਔਰ ਭਾਈ ਸਾਹਿਬ ਜੀ ਕਿਸ ਤਰ੍ਹਾਂ ਜਿੱਦਾਂ ਇੱਕ ਹੁੰਦਾ ਕਿ ਰੂਟੀਨ ਦੇ ਵਿੱਚ ਆਪਾਂ ਜਿਹੜਾ ਵੀ ਗੁਰੂ ਘਰਾਂ ਦੀਆਂ ਗੋਲਕਾਂ ਦੇ ਅੰਦਰ ਸੰਗਤ ਦੇ ਵੱਲੋਂ ਆਪਣਾ ਦਸਵੰਧ ਦਿੱਤਾ ਜਾਂਦਾ ਹੈ ਤੇ ਹੁਣ ਕੋਵਿਡ ਦੇ ਕਰਕੇ ਕੁਝ ਖਾਸ ਮਤਲਬ ਜਿੱਦਾਂ ਸੰਸਥਾਵਾਂ ਨੂੰ ਸੰਗਤਾਂ ਦੇ ਰਾਹੀਂ ਦਸਵੰਧ ਪਹੁੰਚਾਇਆ ਜਾਂਦਾ ਹੈ ਕੁਝ ਅਲੱਗ ਸਿਸਟਮ ਬਣਾਇਆ ਗਿਆ ਸਿਰਫ ਕੋਵਿਡ ਦੇ ਕਰਕੇ ਜਾਂ ਗੁਰੂ ਘਰਾਂ ਦੀਆਂ ਜਿਹੜੀਆਂ ਗੋਲਕਾਂ ਉਹਨਾਂ ਦੇ ਰਾਹੀਂ ਹੀ ਜਿਹੜਾ ਇਹ ਸਾਰੀਆਂ ਸੇਵਾਵਾਂ ਜਾਰੀ ਨੇ? ਤੇ ਦੇਖੋ ਕਿ ਜਿਹੜਾ ਗੁਰੂ ਘਰ ਦੀ ਗੋਲਕ ਹੈ ਉਹ ਇਸ ਵਕਤ ਕੋਵਿਡ ਦੇ ਵਾਸਤੇ ਲਗਾਈ ਗਈ ਹੈ ਕਿਉਂਕਿ ਅਸੀਂ ਕੁਝ ਕੰਸਲਟੇਟਰ ਹੋਰ ਲਿਆਏ ਨੇ ਸਿਲੰਡਰ ਲਿਆਏ ਨੇ ਹੋਰ ਹੀ ਮੈਡੀਸਨ ਜਿੱਥੇ ਸਾਨੂੰ ਜ਼ਰੂਰਤ ਪੈਂਦੀ ਹੈ ਅਸੀਂ ਉਹ ਲਿਆਂਦੇ ਆ ਕਿਉਂ ਕਿ ਜੇ ਗੁਰੂ ਦੀ ਗੋਲਕ ਹੈ ਉਹ ਗਰੀਬ ਦਾ ਮੂੰਹ ਹੈ ਕਿਉਂਕਿ ਜੇ ਸਾਡੀ ਸੰਗਤਾਂ ਬਚਣਗੀਆਂ ਤੇ ਤਾਂ ਹੀ ਉਹ ਗੋਲਕਾਂ ਵੀ ਹਨ। ਜੇ ਸਾਡੀਆਂ ਸੰਗਤਾਂ ਬਚਣਗੀਆਂ ਤੇ ਗੋਲਕਾਂ ਕਿਸ ਵਾਸਤੇ ਹਨ। ਸੋ ਅਸੀਂ ਗੋਲਕਾਂ ਦਾ ਵੀ ਜਿਹੜਾ ਅੱਜ ਭਾਵੇਂ ਪਰਸਨਲ ਕਿਸੇ ਨੂੰ ਨਹੀਂ ਦੇ ਰਹੇ ਪਰ ਕੋਵਿਡ ਦੇ ਵਿੱਚ ਇਸ ਦਾ ਇਸਤੇਮਾਲ ਕਰ ਰਹੇ ਹਾਂ ਜਿੱਥੇ ਸਾਨੂੰ ਜ਼ਰੂਰਤ ਪੈਂਦੀ ਹੈ। ਹੁਣ ਅਸੀਂ ਆਪਣੇ ਹੀ ਕੱਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਲੱਖ रुपया दे के 10 कंसलटेटर होर मंगा लेने। तो इस वास्ते असीं कोशिश कर रहे हैं कि संगतां बच जाण। इस वक्त गुरु दी गोलक संगतां ते ही लगे चाहे वो किस रूप च भी लगे पर वो संगतां ते लगनी चाहिए है क्यों असीं कोशिश बहुत कर रहे हैं कि साडियां संगतां इस वक्त बचनियां चाहिए ने। जी
और ऑक्सीजन कंसंट्रेटर्स फिर किस तरह, ऑक्सीजन सिलेंडर और कंसंट्रेटर्स ने ਉਹ ਕਿਸ ਤਰ੍ਹਾਂ ਪਹੁੰਚਾਏ ਜਾ ਰਹੇ ਨੇ ਹੈਲਪਲਾਈਨ ਨੰਬਰ ਤੇ? ਜਦੋਂ ਤੁਹਾਨੂੰ ਉਹ ਕਾਲ ਆਉਂਦੀ ਹੈ ਤਾਂ ਫਿਰ ਉਹ ਘਰ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਜਾਂ ਪੇਸ਼ੈਂਟਸ ਤੁਹਾਡੇ ਤੱਕ ਆ ਰਹੇ ਨੇ? ਦੇਖੋ ਕਿ ਜਦ ਸਾਡਾ ਐਪ ਬਣਿਆ ਹੋਇਆ ਐਪ ਤੇ ਉਹ ਦੱਸ ਰਿਹਾ ਕਿ ਸਾਡੇ ਪੇਸ਼ੈਂਟ ਨੂੰ ਕੰਸਲਟੇਟਰ ਦੀ ਜ਼ਰੂਰਤ ਹੈ ਜਾਂ ਸਿਲੰਡਰ ਦੀ ਜ਼ਰੂਰਤ ਹੈ। ਪਰ ਸਿਲੰਡਰ ਦੀ ਜ਼ਰੂਰਤ ਜਿਹੜੀ ਹੈ ਸੀ ਉਹ ਡਾਕਟਰ ਸਾਹਿਬ ਦੇ ਨਾਲ ਪਹਿਲੇ ਹੈਲਪਲਾਈਨ ਤੇ ਡਾਕਟਰ ਸਾਹਿਬ ਨੂੰ ਦੇ ਜਾਂਦਾ, ਬਾਈ ਜੀ ਇਹਦੀ ਜਿਹੜੀ ਆਕਸੀਜਨ ਲੈਵਲ ਹੈ ਇੰਨੀ ਹੈ, ਇਹਨੂੰ ਕੰਸਲਟੇਟਰ ਦੀ ਜ਼ਰੂਰਤ ਹੈ, ਇਹਨੂੰ ਆਕਸੀਜਨ ਦੀ ਜ਼ਰੂਰਤ ਹੈ ਕਿ ਨਹੀਂ। ਜੇ ਡਾਕਟਰ ਸਾਹਿਬ ਉਹਨਾਂ ਨੂੰ, ਸਾਡੇ ਜਿਹੜਾ ਡਾਕਟਰ ਸਾਹਿਬ ਦਾ ਗਰੁੱਪ ਹੈ ਉਹ ਸਾਨੂੰ ਅਲਾਉ ਕਰਦਾ ਹੈ ਕਿ ਇਹਨਾਂ ਨੂੰ ਤੁਸੀਂ ਦੇ ਦਿਓ, ਉਹ ਆਪਣੇ ਤੇ ਇੱਕਦਮ ਅਸੀਂ ਉਹਨਾਂ ਦੇ ਜਿਹੜੇ ਬੰਦੇ ਹਨ ਤੇ ਉਹਨਾਂ ਨੂੰ ਕਹਿੰਦੇ ਆ, ਉਹ ਗੱਡੀ ਲੈ ਕੇ ਆਉਂਦੇ ਲੈ ਜਾਂਦੇ ਨੇ। ਤੇ ਜੇ ਕਿਤੇ ਕੋਲ ਮਤਲਬ ਕਿ ਉਹਨਾਂ ਦਾ ਕੋਈ ਕਰ ਲੈਣ ਵਾਲਾ ਨਹੀਂ, ਸਿਰਫ ਸਾਡੇ ਵਾਲੰਟੀਅਰ ਉਹਨਾਂ ਨੂੰ ਛੱਡ ਕੇ ਆਉਂਦੇ ਜੀ। ਔਰ ਜਿੱਦਾਂ ਤੁਸੀਂ ਕਿਹਾ ਕਿ ਮੀਲ ਤਿਆਰ ਕੀਤੀ ਜਾਂਦੀ ਹੈ, ਮੀਲ ਜਿਹੜੀ ਡੋਰ ਟੂ ਡੋਰ ਪਹੁੰਚਾਈ ਜਾ ਰਹੀ ਹੈ ਜਾਂ ਹਸਪੀਟਲ ਦੇ ਅੰਦਰ, ਹਸਪਤਾਲਾਂ ਦੇ ਅੰਦਰ ਜਿਹੜੇ ਮਰੀਜ਼? ਦੇਖੋ ਮੀਲ ਦੋ ਕਿਸਮ ਦੇ ਹਨ। ਇੱਕ ਤਾਂ ਜਿਹੜੇ ਦੇਖੋ ਅਸੀਂ ਇੱਥੇ ਬਸਦੇ ਹਾਂ, ਜਿਹੜਾ ਅਸੀਂ ਸਿੱਖ ਕਮਿਊਨਿਟੀ ਹੈ, ਇਹ ਮਤਲਬ ਮੁਸਲਿਮ ਇੱਥੇ ਆਬਾਦੀ ਜ਼ਿਆਦਾ ਹੈ। ਹਸਪਤਾਲਾਂ ਦੇ ਵਿੱਚ ਜਿਹੜਾ ਹੈ ਉਹ ਮੁਸਲਿਮ ਲੋਕਾਂ ਦੇ ਤਿਆਰ ਕੀਤੇ ਹੋਇਆ ਮੀਲ ਬਣਦਾ ਹੈ, ਪਰ ਸਾਡੇ ਲੋਕ ਉਹ ਨਹੀਂ ਖਾਂਦੇ। ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਸਾਡੇ ਅਟੈਂਡੈਂਟ ਹਨ ਪੇਸ਼ੈਂਟ ਦੇ ਨਾਲ, ਹੋਰ ਪੇਸ਼ੈਂਟਾਂ ਨੂੰ ਪਹੁੰਚਾਇਆ ਜਾਵੇ। ਹੋਰ ਇੱਕ ਗੱਲ ਹੋਰ ਵੀ ਹੈ, ਜੇ ਕਿਸੇ ਘਰ ਦਾ ਪੂਰੀ ਫੈਮਿਲੀ ਪੋਜ਼ਿਟਿਵ ਆ ਜਾਵੇ, ਉਹਨਾਂ ਦੇ ਕੋਲ ਬਣਾਉਣ ਵਾਸਤੇ ਕੋਈ ਨਾ ਹੋਵੇ, ਉਹ ਵੀ ਸਾਨੂੰ ਹੈਲਪਲਾਈਨ ਤੇ ਫੋਨ ਕਰਦੇ ਹਨ, ਉਹਨਾਂ ਨੂੰ ਵੀ ਬਿੱਲ 2 ਟਾਈਮ ਪਹੁੰਚਦਾ ਹੈ। ਜੀ ਅੱਛਾ, ਘਰ ਘਰ ਦੇ ਅੰਦਰ ਅਗਰ ਘਰ ਦੇ ਕੋਈ ਵੀ ਮੈਂਬਰ, ਅਗਰ 4 ਮੈਂਬਰ ਪੋਜ਼ਿਟਿਵ ਨੇ, ਖਾਣਾ ਨਹੀਂ ਵੀ ਬਣ ਰਿਹਾ, ਤਾਂ ਉਹਨਾਂ ਦੇ ਲਈ ਵੀ ਡੋਰ ਟੂ ਡੋਰ ਜਿਹੜਾ ਪਹੁੰਚਾਈ ਜਾਂਦੀ ਹੈ। ਔਰ ਕਿਸ ਤਰ੍ਹਾਂ ਜਿਹੜੇ ਵਲੰਟੀਅਰ ਜੀ, ਔਰ ਜਿਹੜੇ ਵਲੰਟੀਅਰਸ ਨੇ ਕਿਸ ਤਰ੍ਹਾਂ ਜੁਆਇਨ ਕਰਦੇ ਨੇ ਤੁਹਾਨੂੰ? ਕਿੱਦਾਂ ਕੋਈ ਡਾਇਰੈਕਟ ਤੁਹਾਡੇ ਹੈਡ ਆਫਿਸ ਤੋਂ ਵਲੰਟੀਅਰਸ ਜੁਆਇਨ ਕਰ ਸਕਦੇ ਨੇ ਜਾਂ ਬਿਲਕੁਲ ਸਾਡੇ ਬਣੇ ਹੋਏ? ਬਿਲਕੁਲ ਸਾਡੇ ਕੋਲ ਪੂਰੀ ਲਿਸਟ ਹੈ। ਸਾਡੇ ਕੋਲ ਅਸੀਂ ਬਿਲਕੁਲ ਪਿਛਲੇ ਸਾਲ ਤੋਂ ਅੱਜ ਨਵਾਂ ਨਹੀਂ ਹੈ, ਸਾਡੇ 2020 ਤੋਂ ਅਪ੍ਰੈਲ ਤੋਂ ਅਸੀਂ ਬਿਲਕੁਲ ਟੀਮਾਂ ਬਣਾਈਆਂ ਹਨ। ਇੱਕ ਟੀਮ ਸਾਡੇ ਵਾਲੰਟੀਅਰ ਦੀ ਹੈ, ਜਿਹੜੇ ਟੀਮ ਹਾਂ ਉਹ ਲੰਗਰ ਟੀਮ ਹੈ, ਸਵੇਰੇ ਸ਼ਾਮੀ ਲੰਗਰ ਦੇਣ ਜਾਏਗੀ। ਇੱਕ ਟੀਮ ਹੈ ਜਿਹੜੀ ਸੈਨੀਟਾਈਜ਼ ਕਰੇ, ਕਿਸੇ ਦੇ ਘਰ ਦੇ ਵਿੱਚ ਨੈਗੇਟਿਵ ਆ ਜਾਂਦਾ ਹੈ ਪੋਜ਼ਿਟਿਵ ਤੋਂ ਬਾਅਦ ਉੱਥੇ ਕਰੇਗੀ। ਕਿਸੇ ਗੁਰੂ ਘਰ ਦੇ ਵਿੱਚ ਸੈਨੀਟਾਈਜ਼ ਕਰਨਾ ਉਹ ਤੇ ਸੈਨੀਟਾਈਜ਼ ਕਰੇਗੀ। ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਅੰਤਿਮ ਸੰਸਕਾਰ ਹੈ, ਅੰਤਿਮ ਸੰਸਕਾਰ ਕਰਨ ਵਾਲੀ ਇੱਕ ਟੀਮ ਬਣਾਈ ਹੋਈ ਹੈ ਕਿ ਭਾਈ ਉਹਨਾਂ ਨੂੰ ਇੱਕਦਮ ਹੈਲਪਲਾਈਨ ਤੋਂ ਫੋਨ ਜਾਂਦਾ ਹੈ ਕਿ ਭਾਈ ਤੁਸੀਂ 5 ਬੰਦੇ ਚਲੇ ਜਾਓ ਫਲਾਣੀ ਜਗ੍ਹਾ ਤੇ ਅੰਤਿਮ ਸੰਸਕਾਰ ਕਰਨਾ ਹੈ ਕੋਵਿਡ ਦਾ, ਤੇ ਉੱਥੇ ਉਹ ਚਲੇ ਜਾਂਦੇ ਨੇ। ਅਸੀਂ ਬਿਲਕੁਲ ਸਿਸਟਮੈਟਿਕਲੀ ਸਾਰਾ ਸਿਸਟਮ ਬਣਾਇਆ ਹੈ ਕਿ ਸਾਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਪੈਂਦੀ ਹੈ ਮੈਂ ਕਿੱਧਰ ਜਾਣਾ ਹੈ, ਕਿਉਂਕਿ ਟੀਮਾਂ ਬਣਾਈਆਂ ਹੋਣ ਬੜੇ ਸਬੂਤ ਨਾਲ ਸਾਡਾ ਕੰਮ ਚੱਲ ਰਿਹਾ ਹੈ। ਜੀ ਬਿਲਕੁਲ। ਔਰ ਭਾਈ ਸਾਹਿਬ ਜੀ, ਕਿੱਦਾਂ ਪ੍ਰਸ਼ਾਸਨ ਦਾ ਤੁਹਾਨੂੰ ਸਪੋਰਟ ਮਿਲ ਰਿਹਾ ਇੱਥੇ ਕਸ਼ਮੀਰ ਤੋਂ? ਕਿਉਂਕਿ ਦੇਖੋ ਜਿਹੜੇ ਵਲੰਟੀਅਰਸ ਘਰਾਂ ਤੋਂ ਬਾਹਰ ਨੇ, ਇਹਨਾਂ ਨੂੰ ਇਹ ਤਾਂ ਅਗਾਂਹ ਦੀ ਗੱਲ ਹੈ ਕਿ ਇਹ ਵੀ ਗੱਲ ਹੈ ਕਿ ਐਪਰੀਸੀਏਸ਼ਨ ਹੋਣੀ ਚਾਹੀਦੀ ਹੈ, ਸਮੇਂ-ਸਮੇਂ ਤੇ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਣਾ ਚਾਹੀਦਾ। ਪ੍ਰਸ਼ਾਸਨ ਦਾ ਕੈਸਾ ਸਹਿਯੋਗ ਹੈ ਤੁਹਾਡੇ ਨਾਲ, ਸਾਡੇ ਸਿੱਖ ਵੀਰਾਂ ਦੇ ਨਾਲ ਜਿਹੜੇ ਸੇਵਾਵਾਂ ਦੇ ਰਹੇ ਨੇ? ਦੇਖੋ ਜੀ, ਪ੍ਰਸ਼ਾਸਨ ਦਾ ਸਾਡਾ ਫਾਈਨਾਂਸੀ ਕੋਈ ਰੋਲ ਨਹੀਂ ਹੈ। ਪ੍ਰਸ਼ਾਸਨ ਵੱਲੋਂ ਸਾਨੂੰ ਕੁਝ ਨਹੀਂ ਮਿਲ ਰਿਹਾ। ਪ੍ਰਸ਼ਾਸਨ ਵੱਲੋਂ ਇਹ ਹੈ ਕਿ ਜੇਕਰ ਸਾਨੂੰ ਆਕਸੀਜਨ ਹੈ, ਇਹ ਸਾਡੇ ਕੋਲ ਪਲਾਂਟ ਨਹੀਂ ਹਨ, ਪ੍ਰਸ਼ਾਸਨ ਸਾਨੂੰ ਇਹ ਪ੍ਰੋਵਾਈਡ ਕਰਦੀ ਹੈ, ਅਸੀਂ ਆਪਣੀ ਪੇਮੈਂਟ ਦਿੰਦੇ ਹਾਂ ਤੇ ਉਹ ਦਿੰਦਾ ਹੈ। ਤੇ ਇਸ ਕਰਕੇ ਜਿਹੜਾ ਸਾਡੀ ਇੱਥੇ ਦੇ ਪ੍ਰਸ਼ਾਸਨ ਹੈ ਉਹ ਬਿਲਕੁਲ ਵੀ ਸਾਨੂੰ ਜਿਸ ਵਕਤ ਦੀ ਕੋਈ ਜ਼ਰੂਰਤ ਹੋਵੇ ਉਹ ਸਾਡੇ ਨਾਲ ਮਤਲਬ ਕੋਈ ਰੁਕਾਵਟ ਦੀ ਗੱਲ ਨਹੀਂ ਕਰਦੇ, ਉਹ ਸਾਨੂੰ ਦੇ ਦਿੰਦੇ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਬਹੁਤ ਜ਼ਰੂਰੀ ਚਾਹੁੰਦਾ ਹਾਂ ਕਿ ਅੱਜ ਦਾ ਥੋੜਾ ਮਾਹੌਲ ਜਿਹੜਾ ਹੈ ਉਹ ਕੁਝ ਵੱਖਰੇ ਹੈ। ਲਾਸਟ ਈਅਰ ਦਾ ਜਿਹੜਾ ਮਾਹੌਲ ਸੀ, ਉਹ ਜਿਸ ਵਕਤ ਸਾਡੇ ਕੋਈ ਕੋਵਿਡ ਦੇ ਨਾਲ ਮਰ ਜਾਂਦਾ ਸੀ ਉਹ, ਤੇ ਲੇਕਿਨ ਉਹ ਜਿਹੜਾ ਸੀ ਉਹ ਪਿੰਡ ਤੋਂ ਰਹਿਣ ਵਾਲਾ ਸੀ, ਉਹਦਾ ਕਹਿੰਦੇ ਸੀ ਕਿ ਬਈ ਇਹਦਾ ਐਡਰੈਸ ਜਿਹੜਾ ਹੈ ਪਿੰਡ ਹੈ, ਇਹਨੂੰ ਅਸੀਂ ਸਿਟੀ ਦੇ ਵਿੱਚ ਸੰਸਕਾਰ ਨਹੀਂ ਕਰਨ ਦੇਣਾ। ਪਰ ਫਿਰ ਅਸੀਂ ਉਹਨਾਂ ਨੇ ਕਿਹਾ ਕਿ ਇਹਦੀ ਲਾਸਟ ਰਾਈਟ ਦੇ ਵਾਸਤੇ ਪਰਮਿਸ਼ਨ ਬਣਾਉਣੀ ਪਏਗੀ। ਫਿਰ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਡਗਾਮ, ਅਸੀਂ ਉਹਨਾਂ ਦੇ ਕੋਲ ਜਾਂਦੇ ਸਾਂ, ਅਸੀਂ ਪਰਮਿਸ਼ਨ ਬਣਾ ਕੇ, ਇਹ ਸਾਡੀਆਂ ਪਰਮਿਸ਼ਨਾਂ ਨੇ ਕਿ ਉਹਨਾਂ ਦੀ ਪਰਮਿਸ਼ਨ ਲਿਆ ਕੇ, ਜਿਹੜਾ ਸਾਡਾ ਮੈਜਿਸਟ੍ਰੇਟ ਸੀ ਉਹ ਪਰਮਿਸ਼ਨ ਲਿਆ ਕੇ ਅਸੀਂ ਉਹਨਾਂ ਨੂੰ ਫਿਰ ਜਿਹੜਾ ਰਾਈਟਸ ਉਹ ਕਰਦੇ ਸਾਂ ਆਪਣੇ ਇੱਥੇ, ਜਿਹੜਾ ਹੋਰ ਕਿਸੇ ਡਿਸਟ੍ਰਿਕਟ ਦਾ ਸੀ ਉਹਨੂੰ ਅਸੀਂ ਇੱਥੇ ਅੰਤਿਮ ਸੰਸਕਾਰ ਕਰਦੇ ਸਾਂ। ਸਾਡੇ ਵਾਲੰਟੀਅਰ ਜਾਂਦੇ ਸਨ, ਅਸੀਂ ਆਪ ਹੀ ਖੁਦ ਵੀ ਜਾਂਦੇ ਸਾਂ, ਕਿਉਂਕਿ ਅਸੀਂ ਦਾਸ ਇੱਕ ਭਾਵੇਂ ਇਹ ਪ੍ਰਧਾਨ ਹੈ ਪਰ ਦਾਸ ਨੇ ਜਦੋਂ ਤੋਂ ਚਾਰਜ ਸੰਭਾਲਿਆ ਹੈ, ਅੱਜ 6 ਸਾਲ ਹੋ ਗਏ ਨੇ, ਪਰ ਦਾਸ ਨੇ ਜਦੋਂ ਹੀ
ਇਹ ਚਾਰ ਹੀ ਸੰਭਾਲਿਆ ਹੈ ਤੇ ਮੈਂ ਇੱਕ ਸੇਵਾਦਾਰ ਦੇ ਰੂਪ ਦੇ ਵਿੱਚ ਸੰਭਾਲਿਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਵਾਹਿਗੁਰੂ ਨੇ ਸਾਨੂੰ ਸੇਵਾ ਦਿੱਤੀ ਹੈ ਚਾਹੇ ਕਿਸੇ ਰੰਗੋਂ ਵੀ ਅੱਜ ਸਾਡੇ ਸੰਗਤਾਂ ਦੇ ਵਾਸਤੇ ਸੇਵਾ ਹੋਣੀ ਚਾਹੀਦੀ ਹੈ। ਹੋਰ ਮੈਂ ਤੁਹਾਨੂੰ ਭੈਣ ਜੀ ਗੱਲ ਹੋਰ ਦੱਸਣੀ ਚਾਹੁੰਦਾ ਹਾਂ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਬੜੇ ਦੂਰ ਦੂਰ ਤੱਕ ਕੁਆਰੰਟਾਈਨ ਸੈਂਟਰ ਬਣਾਏ ਸਨ ਜਿੱਥੇ ਆਈਸੋਲੇਟਡ ਬੰਦਿਆਂ ਨੂੰ ਕੀਤਾ ਜਾਂਦਾ ਸੀ ਇੱਥੋਂ ਤੋਂ 25-25 ਕਿਲੋਮੀਟਰ, ਪਰ ਉੱਥੇ ਵੀ ਅਸੀਂ ਉਹਨਾਂ ਲੋਕਾਂ ਨੂੰ ਰਾਸ਼ਨ ਪਹੁੰਚਾਇਆ, ਉਹਨਾਂ ਲੋਕਾਂ ਨੂੰ ਮੀਟ ਪਹੁੰਚਾਉਂਦੇ ਸਾਂ, ਉਹਨਾਂ ਲੋਕਾਂ ਨੂੰ ਦਵਾਈਆਂ ਪਹੁੰਚਾਉਂਦੇ ਸਾਂ ਜਿਹੜੇ ਲੋਕ ਸਾਡੇ ਉਸ ਜਿਹੜੇ ਆਈਸੋਲੇਟਡ ਸੈਂਟਰ ਸਨ ਉਹਨਾਂ ਦੇ ਵਿੱਚ ਸਨ। ਕਿਉਂਕਿ ਅਸੀਂ ਕੋਈ ਵੀ ਇਸ ਵਕਤ ਤੱਕ ਨਹੀਂ ਰੱਖੀ ਕਿ ਅਸੀਂ ਮਤਲਬ ਪੰਥਕ ਸੇਵਾ ਵਿੱਚ ਅਸੀਂ ਬਿਲਕੁਲ ਪਰਪੱਕ ਰਹੇ ਹਾਂ, ਹਰ ਇਸ ਵਕਤ ਤੱਕ ਲੱਗੇ ਹਾਂ। ਇਸ ਵਿੱਚ ਕਿ ਮੈਨੂੰ ਕੋਈ 5 ਦਿਨ ਹੋਏ ਨੇ ਮੈਂ ਵੀ ਨੈਗੇਟਿਵ ਹੋਇਆ ਹਾਂ ਇਸ ਸੇਵਾ ਵਿੱਚ ਲੱਗਦੇ 10 ਵੀ ਪੋਜ਼ਿਟਿਵ ਹੋ ਗਿਆ ਸੀ। 15-16 ਦਿਨ 10 ਆਈਸੋਲੇਟਡ ਰਿਹਾ ਤੇ ਹੁਣ ਮਹਾਰਾਜ ਨੇ ਕਿਰਪਾ ਕੀਤੀ ਹੈ ਠੀਕ ਹੋ ਗਏ ਹਾਂ ਤੇ ਹੁਣ ਫਿਰ ਸੇਵਾ ਵਾਸਤੇ ਅਸੀਂ ਨਿਕਲ ਚੁੱਕੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਸੇਵਾ ਗੁਰੂ ਮਹਾਰਾਜ ਨੇ ਸਾਡੀ ਝੋਲੀ ਪਾਈ ਹੈ, ਅੱਜ ਅਸੀਂ ਇਹ ਸੇਵਾ ਕਰੀਏ। ਬਾਕੀ ਇਸ ਵਕਤ ਕਸ਼ਮੀਰ ਦੀ ਸੰਗਤਾਂ ਦਾ ਜਿਹੜੇ ਵੀ ਸਾਡੇ ਚੰਗੇ ਧਨਾਟ ਲੋਕ ਨੇ ਜਿਨ੍ਹਾਂ ਨੂੰ ਵਾਹਿਗੁਰੂ ਕਾਰਪੁਰ ਨੇ ਬਖਸ਼ਿਸ਼ ਕੀਤੀ ਹੈ ਪੈਸੇ ਦੀ, ਉਹਨਾਂ ਦਾ ਵੀ ਬੜਾ ਸਹਿਯੋਗ ਹੈ ਤੇ ਸਾਡੇ ਲੋਕਾਂ ਦਾ ਵੀ ਬੜਾ ਸਹਿਯੋਗ ਹੈ। ਤਿਲ ਫੁੱਲ ਜਿਹੜਾ ਹੈ ਸਾਨੂੰ ਬਹੁਤ ਆ ਰਿਹਾ ਹੈ ਕਿ ਲੋਕ ਬਹੁਤ ਸੇਵਾ ਕਰ ਰਹੇ ਹਨ ਤੇ ਉਹ ਕਹਿੰਦੇ ਹਨ ਕਿ ਸੇਵਾ ਤੁਸੀਂ ਇਸ ਵਕਤ ਮਨੁੱਖਤਾ ਨੂੰ ਬਚਾਉਣਾ ਹੈ, ਇਸ ਵਕਤ ਸਿੱਖ ਧਰਮ ਜਿਹੜੇ ਆਪਣੇ ਵੀਰ ਨੂੰ ਬਚਾਉਣਾ ਹੈ, ਅਸੀਂ ਤਤਪਰ ਖੜੇ ਹਾਂ, ਅਸੀਂ ਸੇਵਾ ਵਿੱਚ ਲੱਗੇ ਹੋਏ ਹਾਂ। ਹੋਰ ਵੀ ਕੋਈ ਸੇਵਾ ਹੋਵੇ ਤੇ ਸਾਡੀ ਹੈਲਪਲਾਈਨ ਜਿਹੜੀ ਹੈ ਉਹ ਅਸੀਂ ਉਸ ਤੇ ਫੋਨ ਆਉਂਦਾ ਹੈ, ਅਸੀਂ ਤਤਪਰ ਖੜੇ ਰਹਿੰਦੇ ਹਾਂ ਤੇ ਅਸੀਂ ਇਸ ਵਕਤ ਸੇਵਾ ਦੇ ਡਟੇ ਹੋਏ ਹਾਂ। ਤੇ ਜਿਹੜਾ ਸਾਡਾ ਅੰਕੜਾ ਇਸ ਵਕਤ ਤੱਕ ਹੈ ਕਿ ਸਾਡੇ ਕੋਲ ਲਾਸਟ ਈਅਰ ਤੋਂ ਇਸ ਵਕਤ ਤੱਕ ਕੋਈ 74 ਇੱਕ ਪ੍ਰਾਣੀ ਜਿਹੜਾ ਹੈ ਕੋਵਿਡ ਨਾਲ ਗੁਜ਼ਰਿਆ ਹੈ ਜਿਸ ਦੇ ਵਿੱਚੋਂ 4 ਗੈਰ ਸਿੱਖ ਸਨ ਤੇ ਬਾਕੀ 71 ਜਿਹੜੇ ਸਨ ਉਹ ਸਿੱਖ ਸਨ। ਅਸੀਂ ਬਿਲਕੁਲ ਉਹਨਾਂ ਦਾ ਬੜੇ ਸਤਿਕਾਰ ਮਰਿਆਦਾ ਦੇ ਨਾਲ ਬੜੇ ਜਿਸ ਤਰ੍ਹਾਂ ਆਪਣਾ ਅੰਤਿਮ ਸੰਸਕਾਰ ਦਾ ਨਿਯਮ ਹੁੰਦੇ ਨੇ ਉਹਦੇ ਨਾਲ ਅਸੀਂ ਉਹਨਾਂ ਦੇ ਸੰਸਕਾਰ ਕੀਤੇ। ਅਸੀਂ ਕਿਸੇ ਦੀ ਵੀ ਬੇਹਰਮਤੀ ਨਹੀਂ ਹੋਣ ਦਿੱਤੀ, ਕਿਸੇ ਨੂੰ ਉਧਰ ਉਧਰ ਜਾਣ ਨਹੀਂ ਦਿੱਤਾ, ਬਿਲਕੁਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਨਾਂ ਦੀ ਪਰਮਿਸ਼ਨਾਂ ਲਿਆਈਆਂ, ਉਹਨਾਂ ਨੂੰ ਲਾਸਟ ਰਾਈਟ ਜੇ ਸੋਹਣੀ ਤਰੀਆਂ ਘਰ ਵਾਲੇ ਵੀ ਆਏ ਉਹਨਾਂ ਨੂੰ ਵੀ ਸਾਈਡ ਤੇ ਖੜਾ ਕੀਤਾ। ਸਾਡੇ ਵਾਲੰਟੀਅਰ ਦੀ ਬਿਲਕੁਲ ਇੱਕ ਉਹਨਾਂ ਨੂੰ ਆਪਣੇ ਪਰਿਵਾਰ ਦਾ ਸਮਝ ਕਰਕੇ ਉਹਨਾਂ ਨੂੰ ਅੰਤਿਮ ਸੰਸਕਾਰ ਕੀਤਾ। ਤੇ ਸੱਚੇ ਪਾਤਸ਼ਾਹ ਅਸੀਂ ਅਰਦਾਸ ਕਰਦੇ ਹਾਂ ਆਪ ਜਿਵੇਂ ਇਸ ਚੈਨਲ ਦੇ ਰਾਹੀਂ ਅਰਦਾਸ ਕਰੋ ਸੱਚੇ ਪਾਤਸ਼ਾਹ ਜਿਹੜੀ ਮਹਾਮਾਰੀ ਫੈਲੀ ਹੋਈ ਹੈ ਤੇ ਇਹਨੂੰ ਇਹ ਠੱਲ ਪਾਓ ਤੇ ਜਿਹੜਾ ਲੋਕ ਹਨ ਉਹ ਫਿਰ ਖੁਸ਼ ਤੇ ਖੁਸ਼ਹਾਲ ਹੋਣ। ਬਿਲਕੁਲ। ਔਰ ਭਾਈ ਸਾਹਿਬ ਜੀ ਜਿੱਦਾਂ ਤੁਸੀਂ ਦੱਸਿਆ ਹੈ ਕਿ ਤੁਸੀਂ ਵੀ ਪੋਜ਼ਿਟਿਵ ਹੋਏ ਸੀ ਔਰ ਪਰਮਾਤਮਾ ਵਾਹਿਗੁਰੂ ਨੇ ਤੁਹਾਨੂੰ ਤੰਦਰੁਸਤ ਵੀ ਕੀਤਾ, ਤੰਦਰੁਸਤ ਸਮਾਜ ਦੀ ਸੇਵਾ ਕਰਨ ਦੇ ਲਈ ਕੀਤਾ ਔਰ ਤੁਹਾਡਾ ਤੰਦਰੁਸਤ ਹੋਣਾ ਸਾਡੇ ਸਮਾਜ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਅਗਾਂਹ ਆ ਕੇ ਆਪਣੀਆਂ ਸੇਵਾਵਾਂ ਦੇ ਰਹੇ ਹੋ ਔਰ ਤੁਹਾਡੇ ਜਿਹੇ ਵੀਰਾਂ ਦੀ ਸਾਡੇ ਸਮਾਜ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਔਰ ਲੋਕ ਇੱਥੇ ਕਮੈਂਟਸ ਵੀ ਕਰ ਰਹੇ ਨੇ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਸੇਵਾਵਾਂ ਦੇ ਰਹੇ ਨੇ, ਤੁਹਾਡੇ ਲਈ ਲੋਕ ਕਮੈਂਟ ਲਿਖ ਰਹੇ ਨੇ ਕਿ ਭਾਈ ਸਾਹਿਬ ਸੰਤਪਾਲ ਸਿੰਘ ਜੀ ਨੇ ਜਿਹੜੇ ਉਹ ਤੁਹਾਨੂੰ ਨੇੜਿਓਂ ਦੇਖ ਰਹੇ ਨੇ ਕਿ ਤੁਸੀਂ ਜਦੋਂ ਦੀ ਇਹ ਮਹਾਮਾਰੀ ਆਈ ਹੈ ਉਸ ਤੋਂ ਪਹਿਲਾਂ ਦੇ ਵੀ ਸੇਵਾਵਾਂ ਜਿਹੜੀਆਂ ਦੇ ਰਹੇ ਨੇ। ਔਰ ਭਾਈ ਸਾਹਿਬ ਜੀ ਇੱਕ ਸੁਝਾਅ ਤੁਹਾਡੇ ਤੋਂ ਇਹਦੇ ਉੱਤੇ ਸੁਝਾਅ ਮੰਗਾਂਗੇ ਕਿ ਜਿੱਦਾਂ ਕਰੋਨਾ ਮਹਾਮਾਰੀ ਹੈ, ਕਹਿੰਦੇ ਨੇ ਕਿ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, ਸਮਾਂ ਇਹ ਵੀ ਜਿਹੜਾ ਮਾੜਾ ਸਮਾਂ ਵੀ ਆਇਆ ਇਹ ਵੀ ਨਿਕਲ ਜਾਣਾ ਹੈ। ਔਰ ਜਿਹੜੇ ਸਾਡੇ ਵੀਰ ਸਾਡੇ ਸਿੱਖ ਭਰਾ ਇਸ ਗੱਲ ਤੋਂ ਹੁਣ ਪੂਰਾ ਸੰਸਾਰ ਜਾਣੂ ਹੈ ਕਿ ਸਭ ਤੋਂ ਜ਼ਿਆਦਾ ਇਸ ਮਹਾਮਾਰੀ ਦੇ ਵਿੱਚ ਜੂਝਿਆ ਹੋਇਆ ਸਿੱਖ ਵੀਰ ਹੈ। ਸਿੱਖ ਸਮਾਜ ਨਾਲ ਸੰਬੰਧਿਤ ਸਾਡੇ ਭੈਣ ਭਰਾ ਅੱਜ ਬਾਹਰ ਨਿਕਲ ਕੇ ਔਖੀ ਘੜੀ ਦੇ ਵਿੱਚ ਪੂਰੇ ਸੰਸਾਰ ਦੇ ਸਾਥੀ ਬਣੇ ਹੋਏ ਨੇ, ਹਰ ਇੱਕ ਦੇ ਨਾਲ ਚੱਲ ਰਹੇ ਨੇ, ਜਿਹਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਮੁਹੱਈਆ ਕਰਵਾ ਰਹੇ ਨੇ। ਤਾਂ ਵੀਰ ਜੀ ਭਾਈ ਸਾਹਿਬ ਜੀ ਤੁਸੀਂ ਕੀ ਕਹਿੰਦੇ ਹੋ ਕਿ ਇਹ ਕਰੋਨਾ ਮਹਾਮਾਰੀ ਦੇ ਬਾਅਦ ਕੁਝ ਐਸਾ ਐਪਰੀਸੀਏਸ਼ਨ ਹੋਣੀ ਚਾਹੀਦੀ ਹੈ ਸਾਡੇ ਵੀਰਾਂ ਦੀ, ਕੁਝ ਇਹਨਾਂ ਦੇ ਲਈ ਇੱਕ ਹੁੰਦਾ ਕਿ ਇੱਕ ਚਾਹੇ ਇੱਕ ਬਹਾਦਰੀ ਦਾ ਜਿਹਨੂੰ ਕਹਿੰਦੇ ਨੇ ਨਾ ਕਿ ਆਪਾਂ ਕਹਿੰਦੇ ਕਿ ਬਹਾਦਰੀ ਦਾ ਸਰਟੀਫਿਕੇਟ ਦਿੱਤਾ ਗਿਆ ਵੀ ਉਹਨਾਂ ਨੂੰ ਕਿਸੇ ਨੇ ਬਹਾਦਰੀ ਦਾ ਕੰਮ ਕੀਤਾ ਤੇ ਸਾਡੇ ਵੀਰ ਵੀ ਤਾਂ ਅੱਜ ਬਹਾਦਰੀ ਦਾ ਕੰਮ ਕਰ ਰਹੇ ਨੇ। ਤੁਸੀਂ ਇਹਦੇ ਤੇ ਕੀ ਆਪਣੀ ਰਾਏ ਰੱਖੋਗੇ ਕਿ ਇਸ ਮਹਾਮਾਰੀ ਦੇ ਬਾਅਦ ਇਹਨਾਂ ਵੀਰਾਂ ਨੂੰ ਸਨਮਾਨਿਤ ਕਰਨਾ ਤਾਂ ਬਣਦਾ ਹੈ, ਬਿਲਕੁਲ ਇਸ ਨੂੰ ਅਸੀਂ ਵਾਹਵਾਹੀ ਨਹੀਂ ਕਵਾਂਗੇ, ਇਸ ਨੂੰ ਅਸੀਂ ਪ੍ਰਮੋਸ਼ਨ ਨਹੀਂ ਕਹਿੰਦੇ, ਇਸ ਨੂੰ ਅਸੀਂ ਹੌਸਲਾ ਅਫਜ਼ਾਈ ਕਵਾਂਗੇ ਕਿ ਅਗਾਂਹ ਤੋਂ ਵੀ ਅਗਰ ਇਹੋ ਜਿਹੀ ਆਪਦਾ ਕੋਈ ਪਰਮਾਤਮਾ ਨਾ ਕਰੇ ਪੈਂਦੀ ਆ ਤਾਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵੀ ਇਹ ਸੇਧ ਲੈਣ ਕਿ ਉਸ ਸਮੇਂ ਸਾਡੇ ਜਿਹੜੇ ਵੱਡੇ ਸੀ, ਸਾਡੇ ਜਿਹੜੇ ਭੈਣ ਭਰਾ ਸੀ ਉਹਨਾਂ ਨੇ ਸੇਵਾਵਾਂ ਦਿੱਤੀਆਂ ਵੀ ਉਹਨਾਂ ਦੀਆਂ ਸੇਵਾਵਾਂ ਨੂੰ ਚੇਤਾ ਰੱਖਿਆ ਗਿਆ। ਦੇਖੋ ਜੀ ਜਿਹੜੇ ਸਾਡੇ ਕੋਵਿਡ ਵਾਲੰਟੀਅਰ ਹਨ, ਸਿੱਖ ਕੋਵਿਡ ਵਾਲੰਟੀਅਰ ਹਨ ਸਾਡੇ ਜਿਹੜੇ ਇਸ ਵਕਤ ਸੇਵਾ ਕਰ ਰਹੇ ਹਨ
ਚਾਹੇ ਉਹ ਕਿਸੇ ਸੰਸਥਾ ਨਾਲ ਸੰਬੰਧਿਤ ਹਨ ਜਾਂ ਨਹੀਂ ਹਨ। ਸਾਡੇ ਕੋਲ ਪੂਰਾ ਅੰਕੜਾ ਹੈ ਜਿਹੜੇ ਸਾਡੇ ਨਾਲ ਸੇਵਾ ਲੱਗੇ ਹਨ। ਤੇ ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਪਿਛਲਾ ਜਦੋਂ ਵਿਸਾਖੀ ਦਾ ਸਮਾਗਮ ਸੀ ਤੇ ਅਸੀਂ ਸੋਚਿਆ ਸੀ ਕਿ ਭਾਈ ਅਸੀਂ ਵਿਸਾਖੀ ਦੇ ਸਮਾਗਮ ਦੇ ਵਿੱਚ ਇੱਕ ਭਰੇ ਦੀਵਾਨ ਦੇ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਸਨਮਾਨਿਤ ਕਰਨਗੇ ਕਿ ਲੋਕਾਂ ਦੇ ਵਿੱਚ ਹੀ ਵਲਵਲਾ ਪੈਦਾ ਹੋਣਾ ਚਾਹੀਦਾ ਸੇਵਾ ਦਾ। ਜੀ ਅਸੀਂ ਉਹ ਪ੍ਰੋਗਰਾਮ ਬਣਾਇਆ ਸੀ, ਪਰ ਬਦਕਿਸਮਤੀ ਐਸੀ ਹੋਈ ਕਿ ਕੋਵਿਡ ਦਾ ਲਾਕਡਾਊਨ ਲੱਗ ਗਿਆ, ਹੋਰ ਇਹ ਰਿਸਟ੍ਰਿਕਸ਼ਨਾਂ ਆ ਗਈਆਂ, ਅਸੀਂ ਉਹ ਸਮਾਗਮ ਮਨਾ ਨਹੀਂ ਸਕੇ। ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਬਡਗਾਮ ਦਾ ਹਮੇਸ਼ਾ ਤੋਂ ਸਾਡਾ ਇਹ ਪਰਮ ਧਰਮ ਰਿਹਾ ਹੈ ਕਿ ਅਸੀਂ ਜੋ ਵੀ ਕੋਈ, ਅੱਜ ਕੋਵਿਡ ਦੀ ਗੱਲ ਨਹੀਂ ਕਰਦੇ, ਅਸੀਂ ਜੋ ਵੀ ਕੋਈ ਚੰਗਾ ਕੰਮ ਕਰੇਗਾ ਸੰਸਾਰ ਸਮਾਜ ਦੇ ਵਿੱਚ, ਆਪਣੇ ਧਰਮ ਦੇ ਵਿੱਚ, ਅਸੀਂ ਉਹਨੂੰ ਸਨਮਾਨਿਤ ਜ਼ਰੂਰ ਤੇ ਜ਼ਰੂਰ ਕਰਦੇ ਆਏ ਹਾਂ। ਹੋਰ ਜਿਹੜੇ ਅੱਜ ਕੋਵਿਡ ਵਾਇਰਸ ਤੇ ਹਨ ਸਾਡੇ, ਇਹਨਾਂ ਨੂੰ ਅਸੀਂ ਚੰਗੇ ਉੱਚ ਪੱਧਰ ਤੇ ਸਨਮਾਨਿਤ ਕਰਨਗੇ, ਤਾਂ ਕਿ ਇਹ ਮੈਸੇਜ ਪੂਰੇ ਕਸ਼ਮੀਰ ਦੇ ਨਹੀਂ ਪੂਰੇ ਵਰਲਡ ਦੇ ਵਿੱਚ ਜਾਣੀ ਚਾਹੀਦੀ ਹੈ ਕਿ ਦੇਖੋ ਸਿੱਖਾਂ ਦੀ ਸੇਵਾ ਕਰਨ ਵਾਲਿਆਂ ਦਾ ਕਿੰਨਾ ਸਨਮਾਨ ਕੀਤਾ ਜਾ ਰਿਹਾ ਹੈ। ਜੀ ਬਿਲਕੁਲ। ਔਰ ਇਸ ਦੇ ਨਾਲ ਜਿਹੜੇ ਸਾਡੇ ਵੀਰਾਂ ਦੀ ਹੌਸਲਾ ਅਫਜ਼ਾਈ ਵੀ ਹੁੰਦੀ ਤੇ ਪੂਰਾ ਸੰਸਾਰ ਵੀ ਜਾਣਦਾ ਸੀ, ਔਰ ਹੁਣ ਤੇ ਭਲੀ ਭਾਂਤੀ ਜਾਣੂ ਹੋ ਚੁੱਕਿਆ ਹੈ ਸੇਵਾਵਾਂ ਤੋਂ। ਔਰ ਜਿੱਦਾਂ ਇੱਥੇ ਵੀਰ ਲਿਖ ਰਹੇ ਨੇ ਕਿ ਨੀਡ ਟੂ ਮੈਂਸ਼ਨ ਨੇਮ ਆਫ 2 ਆਰਗੇਨਾਈਜੇਸ਼ਨ, ਜੀਵਨ ਜੋਤ ਸੁਸਾਇਟੀ, ਉਹ ਵੀ ਕਹਿੰਦੇ ਨੇ ਕਿ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਿਹਾ ਜੀਪੀਸੀ ਦੇ ਨਾਲ। ਕੋਵਿਡ ਪੇਸ਼ੈਂਟਸ ਦੀ ਕ੍ਰੀਮੇਸ਼ਨ ਕੀਤੀ ਜਾ ਰਹੀ ਹੈ, ਲੰਗਰ ਦੀ ਸੇਵਾ ਜੀਵਨ ਜੋਤ ਸੁਸਾਇਟੀ ਦੇ ਵੱਲੋਂ ਵੀ। ਔਰ ਯੂਐਸਐਫ ਦਾ ਨਾਮ ਵੀ ਇੱਥੇ ਅਸੀਂ ਦੇਖ ਰਹੇ ਹਾਂ ਕਿ ਕਾਫੀ ਸਾਰੇ ਵੀਰ ਭੈਣ ਭਰਾ ਜਿਹੜੇ ਲੈਂਦੇ ਨੇ ਕਿ ਉਹਨਾਂ ਦੇ ਰਾਹੀਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਤੇ ਹੋਰ ਤੁਹਾਡੇ ਵੱਲੋਂ ਕੋਈ ਮੈਸੇਜ ਤੁਸੀਂ ਸਮਾਜ ਨੂੰ ਦੇਣਾ ਚਾਹੁੰਦੇ ਹੋ? ਔਰ ਵੀਰ ਜੀ ਇੱਕ ਗੱਲ ਇੱਥੇ ਹੋਰ ਮੈਂ ਸਾਂਝੀ ਕਰਦਿਆਂ, ਇੱਕ ਗੱਲ ਮੈਂ ਇੱਥੇ ਜ਼ਰੂਰ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਅਗਰ ਕਿਸੇ ਦੇ ਜ਼ਿਹਨ ਵਿੱਚ ਇਹ ਗੱਲ ਜਾਂਦੀ ਹੈ ਕਿ ਅਸੀਂ ਅਗਰ ਕਿਸੇ ਨੂੰ ਸੰਗਤਾਂ ਦੇ ਦਰਸ਼ਕਾਂ ਦੇ ਰੂਬਰੂ ਕਰ ਰਹੇ ਹਾਂ, ਜਿਹੜੇ ਸਾਡੇ ਵੀਰ ਭੈਣ ਭਰਾ ਸਾਡੇ ਭਾਈ ਸਾਹਿਬ ਹੋਣੀ ਜਿਹੜੇ ਸੇਵਾਵਾਂ ਦੇ ਰਹੇ ਨੇ, ਅਗਰ ਅਸੀਂ ਉਹਨਾਂ ਨੂੰ ਰੂਬਰੂ ਕਰ ਰਹੇ ਹਾਂ ਤਾਂ ਉਹ ਕਿਸੇ ਦੀ ਪਬਲਿਸਿਟੀ ਜਾਂ ਪ੍ਰਮੋਸ਼ਨ ਨਹੀਂ ਹੈ। ਸੇਵਾਵਾਂ ਦੇ ਵਿੱਚ ਪ੍ਰਮੋਸ਼ਨਾਂ ਨਹੀਂ ਹੁੰਦੀਆਂ, ਸੇਵਾਵਾਂ ਦੇ ਵਿੱਚ ਪਬਲਿਸਿਟੀ ਨਹੀਂ ਹੁੰਦੀ। ਅਗਰ ਅਸੀਂ ਇਹਨਾਂ ਵੀਰਾਂ ਦੀਆਂ ਸੇਵਾਵਾਂ ਨਹੀਂ ਦੱਸਾਂਗੇ ਤਾਂ ਸੰਸਾਰ ਕਿਵੇਂ ਜਾਣੂਗਾ ਸਾਨੂੰ? ਸੰਸਾਰ ਸਾਡੇ ਸਿੱਖ ਸਮਾਜ ਨੂੰ ਕਿਵੇਂ ਜਾਣੂਗਾ? ਕਿਵੇਂ ਪੂਰੇ ਸੰਸਾਰ ਦੇ ਵਿੱਚ ਪਤਾ ਚੱਲੇਗਾ ਕਿ ਸਿੱਖ ਕੌਮ ਕੀ ਹੈ? ਔਰ ਅਗਰ ਕੋਈ ਵੀ ਇਹੋ ਜਿਹੀਆਂ ਸੇਵਾਵਾਂ ਦੇ ਰਹੇ ਨੇ, ਸਾਡੇ ਵੀਰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਨੇ, ਸਾਡੇ ਨਾਲ ਸੰਪਰਕ ਕਰ, ਅਸੀਂ ਉਹਨਾਂ ਨੂੰ ਸੰਗਤਾਂ ਦੇ ਰੂਬਰੂ ਕਰਾਂਗੇ, ਕਿਉਂਕਿ ਹੌਸਲਾ ਅਫਜ਼ਾਈ ਹੁੰਦੀ ਹੈ ਦੂਜਾ ਪੂਰਾ ਸੰਸਾਰ ਜਾਣੇ ਕਿ ਸਿੱਖ ਸਮਾਜ ਦੀਆਂ ਸੇਵਾਵਾਂ ਕੀ ਨੇ, ਔਰ ਸਾਡੀ ਆਉਣ ਵਾਲੀ ਪੀੜ੍ਹੀ ਵੀ ਜਾਣੇ ਕਿ ਸਾਡੇ ਲਈ ਸਾਡੇ ਜਿਹੜੇ ਵੱਡੇ ਨੇ ਉਹਨਾਂ ਨੇ ਕੀ ਕੀਤਾ। ਔਰ ਇਹਨਾਂ ਵੀਰਾਂ ਨੂੰ ਅਸੀਂ ਸਮੇਂ-ਸਮੇਂ ਤੇ ਵਿਖਾਉਂਦੇ ਰਵਾਂਗੇ। ਅਸੀਂ ਇਹਨਾਂ ਨੂੰ ਕਿਸੇ ਪਰਸਨਲੀ ਤੌਰ ਤੇ ਨਹੀਂ ਵਿਖਾ ਰਹੇ, ਅਸੀਂ ਇਹਨਾਂ ਨੂੰ ਐਜ਼ ਅ ਸਿੱਖ ਵੀਰ, ਸਿੱਖ ਸਮਾਜ ਦੇ ਨਾਲ ਸੰਬੰਧ ਰੱਖਦੇ ਸਾਡੇ ਭੈਣ ਭਰਾ, ਉਹਨਾਂ ਦੇ ਤੌਰ ਤੇ ਅਸੀਂ ਇਹਨਾਂ ਨੂੰ ਵਿਖਾ ਰਹੇ ਔਰ ਵਿਖਾਉਂਦੇ ਵੀ ਰਵਾਂਗੇ। ਇੱਕ ਬਾਣੀ ਚੈਨਲ ਸਾਡੇ ਸਿੱਖ ਵੀਰਾਂ ਦੀਆਂ, ਸਮਾਜ ਦੇ ਅੰਦਰ ਜਿਹੜੇ ਲੋਕ ਚੰਗਾ ਕੰਮ ਕਰ ਰਹੇ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਔਰ ਸਮਾਜ ਨੂੰ ਸੁਨੇਹਾ ਦੇਣ ਦੇ ਲਈ ਇਹ ਅਸੀਂ ਜਿਹੜੇ ਦਿਖਾਉਂਦੇ ਰਵਾਂਗੇ ਸਮੇਂ-ਸਮੇਂ ਤੇ। ਤੁਸੀਂ ਇਹਦੇ ਤੇ ਕੀ ਆਪਣੀ ਰਾਏ ਦਿੰਦੇ ਹੋ? ਕਿਉਂਕਿ ਦੇਖੋ ਅਗਰ ਅਸੀਂ ਨਹੀਂ ਵਿਖਾਵਾਂਗੇ ਤਾਂ ਫਿਰ ਸਾਨੂੰ ਸੰਸਾਰ ਕਿਵੇਂ ਜਾਣੂਗਾ? ਫਿਰ ਸਾਡੀਆਂ ਸੇਵਾਵਾਂ ਨੂੰ, ਸਾਡੇ ਵੀਰਾਂ ਦੀਆਂ ਸੇਵਾਵਾਂ ਨੂੰ ਸੰਸਾਰ ਕਿਵੇਂ ਜਾਣੂਗਾ? ਸੋਸ਼ਲ ਮੀਡੀਆ ਤੇ ਦਿਖਾਉਣਾ ਜ਼ਰੂਰੀ ਬਣਦਾ। ਪਹਿਲੇ ਹੀ ਦੱਸਿਆ ਮੈਂ ਕਿ ਅਸੀਂ ਜਿਹੜਾ ਇਹ ਸਿੱਖ ਕੋਵਿਡ ਵਾਲੰਟੀਅਰ ਗਰੁੱਪ ਬਣਾਇਆ ਹੈ। ਅਸੀਂ ਕੋਵਿਡ ਵਾਲੰਟੀਅਰ ਇਹਦੇ ਵਿੱਚ ਅਸੀਂ ਭਾਵੇਂ ਸੰਸਥਾ ਆਪਣੀਆਂ ਹਨ, ਸੰਸਥਾ ਸਾਰੀਆਂ ਆਪਣੀਆਂ ਹਨ, ਪਰ ਜਿਹੜੇ ਅਸੀਂ ਜੁਆਇੰਟ ਜੁੜੇ ਹਾਂ ਉਹ ਅਸੀਂ ਸਿੱਖ ਕੋਵਿਡ ਵਾਲੰਟੀਅਰ ਗਰੁੱਪ ਦੇ ਨਾਂ ਤੇ ਜੁੜੇ ਹਾਂ, ਕਸ਼ਮੀਰ ਦੇ ਨਾਂ ਤੇ। ਉਹਦੇ ਵਿੱਚ ਤੁਹਾਨੂੰ ਪਹਿਲਾਂ ਹੀ ਮੈਂ ਦੱਸਿਆ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਬਡਗਾਮ, ਗੁਰਦੁਆਰਾ ਪ੍ਰਬੰਧਕ ਕਮੇਟੀ श्रीनगर, कश्मीर सिख साई सभा, USF, कोमल लाइब्रेरी वीरस, गुरु हरकृष्ण जीवन जोत सोसाइटी ਅਤੇ ਹੋਰ ਵੀ ਜਿਹੜੇ ਕਿਸੇ ਆਰਗੇਨਾਈਜੇਸ਼ਨ ਦੇ ਨਾਲ ਨਹੀਂ, ਉਹ ਵੀ ਸਾਡੇ ਨਾਲ ਜੁੜੇ ਹਨ। ਅਸੀਂ ਤੇ ਸਟਾਰਟਿੰਗ ਤੋਂ ਇਹ ਕੰਮ ਕੀਤਾ ਹੈ ਕਿ ਅਸੀਂ ਕੇਵਲ ਤੇ ਗੁਰੂ ਤੇ ਇਸ ਪੂਰਨਿਆਂ ਤੇ ਚੱਲਦੇ ਆਏ ਹਾਂ। ਸਾਡਾ ਮੋਟੋ ਇੰਨਾ ਹੀ ਹੈ ਕਿ ਸਾਡਾ ਅੱਜ ਇੰਨਾ ਹੀ ਮੋਟੋ ਹੈ ਕਿ ਅਸੀਂ ਮੁੱਢ ਤੋਂ ਇਹ ਗੱਲ ਕਰ ਰਹੇ ਹਾਂ ਕਿ ਅਸੀਂ ਗੁਰੂ ਦੇ ਜਿਹੜਾ ਆਸ਼ਤ ਦੱਸਿਆ ਉਹਦੇ ਉੱਪਰ ਚੱਲ ਰਹੇ ਹਾਂ। ਸੇਵਾ ਕਰਤ ਹੋਏ ਨੇਕਾਮੀ
तिनको होत प्राप्त स्वामी। ਅਸੀਂ ਨਿਸ਼ਕਾਮ ਸੇਵਾ ਕਰਨੀ ਹੈ, ਔਰ ਅਸੀਂ ਨਿਸ਼ਕਾਮ ਸੇਵਾ ਕਰ ਰਹੇ ਹਾਂ। ਜਿਹੜੇ ਸਾਡੇ ਹੁਣੇ ਵਾਲੰਟੀਅਰ ਹਨ, ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਹੈ ਕਿ ਸਾਡੀ ਵਿਸਾਖੀ ਤੇ ਅਸੀਂ ਇਹਨਾਂ ਦਾ ਬੜਾ ਸਨਮਾਨ ਰੱਖਿਆ ਸੀ। ਅੱਗੋਂ ਤੋਂ ਹੀ ਹੋ ਸਕਦਾ ਹੈ ਕਿ ਅਸੀਂ ਇੱਕ ਬੁਕਲੈਟ ਛਾਪਾਂਗੇ ਜਿਸ ਦੇ ਵਿੱਚ ਕਵਰ ਦੇ ਵਿੱਚ ਸਾਡੇ ਕਿੰਨੇ ਵਿਅਕਤੀ ਗੁਜ਼ਰੇ ਹਨ, ਸਾਡੇ ਕਿੰਨਾ ਨੁਕਸਾਨ ਹੋਇਆ ਹੈ, ਸਾਡਾ ਕਿੰਨਾ, ਉਸ ਤੋਂ ਬਾਅਦ ਸਾਡੇ ਕਿੰਨੇ ਕਿੰਨੇ ਵਾਲੰਟੀਅਰ ਨੇ ਕੰਮ ਕੀਤਾ ਹੈ। ਇਹ ਅਸੀਂ ਇੱਕ ਬੁਕਲੈਟ ਛਾਪਾਂਗੇ ਤੇ ਲਾਸਟ ਤੇ ਕਿ ਜਿਸ ਦੇ ਵਿੱਚ ਸੋਹਣੇ ਇੱਕ ਇਤਿਹਾਸ ਰਹਿਣਾ ਚਾਹੀਦਾ ਹੈ ਕਿ ਇਹ ਬਿਮਾਰੀ ਆਈ ਸੀ ਜਿਸ ਦੇ ਵਿੱਚ ਭਰਾ ਦੇ ਕੋਲ ਨਹੀਂ ਜਾਂਦਾ ਸੀ, ਪੁੱਤਰ ਦੇ ਕੋਲ ਨਹੀਂ ਜਾਂਦਾ ਸੀ, ਪਰ ਇਹ ਵਾਲੰਟੀਅਰ ਹੀ ਹਨ ਜਿਨ੍ਹਾਂ ਨੇ ਭਰਾ ਦਾ ਰੂਪ ਵੀ ਇਹਨਾਂ ਨੂੰ ਦਿੱਤਾ, ਇਹਨਾਂ ਨੂੰ ਪਿਓ ਦਾ ਰਿਸ਼ਤਾ ਵੀ ਦਿੱਤਾ, ਇਹਨਾਂ ਨੂੰ ਭਰਾ ਦਾ ਰਿਸ਼ਤਾ ਵੀ ਦਿੱਤਾ, ਇਹਨਾਂ ਨੂੰ ਭਰਾ ਦਾ ਰਿਸ਼ਤਾ ਦਿੱਤਾ, ਇਹਨਾਂ ਦੇ ਨਾਲ ਬਿਲਕੁਲ ਖੜੇ ਰਹੇ। ਬਿਲਕੁਲ, ਅਗਰ ਐਸਾ ਕੋਈ ਕਦਮ ਚੁੱਕਿਆ ਜਾਂਦਾ ਤਾਂ ਅਸੀਂ ਕਵਾਂਗੇ ਬਹੁਤ ਸ਼ਲਾਘਾਯੋਗ ਕਦਮ ਹੈ, ਕਿਉਂਕਿ ਜ਼ਰੂਰ ਚੁੱਕਾਂਗੇ। ਜਿੱਥੇ ਅਸੀਂ ਇੰਨਾ ਕੰਮ ਕਰਦੇ ਆਏ ਹਾਂ ਪਿਛਲੇ 2020 ਤੋਂ, ਅਸੀਂ ਅੱਗਾਂ ਦਾ ਵੀ ਤੁਸੀਂ ਸਾਡੇ ਦੇਖ ਲਓ ਕਿ ਸਾਡੇ ਜਿਹੜੇ ਕੰਮ ਹਨ ਬੜੇ ਸਤਿਕਾਰਯੋਗ ਕੰਮ ਅਸੀਂ ਕਰ ਰਹੇ ਹਾਂ। ਬਿਲਕੁਲ ਅਸੀਂ ਸੰਗਤਾਂ ਦੇ ਜਿਹੜਾ ਸਾਡਾ ਜ਼ਿਲ੍ਹਾ ਹੈ ਜਾਂ ਹੋਰ ਵੀ ਜਿਹੜੇ ਸਿਆਣੇ ਲੋਕ ਨੇ ਸਾਰੇ ਦੇ ਮਸ਼ਵਰੇ ਨਾਲ ਚੱਲ ਰਹੇ ਹਾਂ। ਅਸੀਂ ਹਰ ਬੰਦੇ ਕੋਲੋਂ ਉਹਨਾਂ ਦੇ ਕੋਲੋਂ ਆਪਣੇ ਮਸ਼ਵਰਾ ਲੈਂਦੇ ਹਾਂ ਕਿ ਤੁਸੀਂ ਸਾਨੂੰ ਗਾਈਡ ਕਰੋ। ਅਸੀਂ ਛੋਟੇ ਹਾਂ, ਸਾਡੇ ਬਜ਼ੁਰਗ ਹਨ, ਉਹਨਾਂ ਕੋਲੋਂ ਗਾਈਡ ਲੈਂਦੇ ਹਾਂ ਕਿ ਤੁਸੀਂ ਦੱਸੋ ਅਸੀਂ ਕਿਸ ਤਰ੍ਹਾਂ ਚੱਲਣਾ ਹੈ। ਉਹ ਗਾਈਡ ਕਰਦੇ ਨੇ, ਕਿਉਂ ਕਿ ਬਜ਼ੁਰਗ ਦਿਮਾਗ ਤੇ ਜਵਾਨ ਦੀ ਤਾਕਤ ਇਹ ਜਦੋਂ ਮਿਲਦੀ ਹੈ ਤੇ ਸੋਹਣਾ ਕੰਮ ਹੁੰਦਾ ਹੈ। ਜੀ ਬਿਲਕੁਲ, ਤਜਰਬਾ ਤੇ ਜਜ਼ਬਾ ਕਹਿੰਦੇ ਨੇ ਜਦੋਂ ਮਿਲਦਾ ਨੇ ਤੇ ਫਿਰ ਕੰਮ ਥੋੜਾ ਜਿਹਾ ਹੋਰ ਵਧੀਆ ਤਰੀਕੇ ਨਾਲ ਹੁੰਦਾ। ਔਰ ਜਿਹੜੇ ਸਾਡੇ ਵੀਰ ਦੇਖ ਰਹੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸਾਡੇ ਵੀਰਾਂ ਦੀਆਂ ਸੇਵਾਵਾਂ, ਸਾਡੇ ਸਿੱਖ ਵੀਰਾਂ ਦੀਆਂ ਸੇਵਾਵਾਂ ਤੁਹਾਡੀ ਮਦਦ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਤੱਕ ਸੁਨੇਹੇ ਪਹੁੰਚਣ ਕਿ ਜੰਮੂ ਕਸ਼ਮੀਰ ਦੀ ਸੰਗਤ, ਜੰਮੂ ਕਸ਼ਮੀਰ ਦੇ ਵੀਰ ਭੈਣ ਭਰਾਵਾਂ ਦਾ ਵੀ ਇਸ ਕੋਵਿਡ ਦੇ ਵਿੱਚ ਕੀ ਯੋਗਦਾਨ ਰਿਹਾ ਔਰ ਰਹਿੰਦੀ ਦੁਨੀਆ ਦੇ ਤੱਕ ਇਹਨਾਂ ਗੱਲਾਂ ਦੀਆਂ ਜਿਹੜੀਆਂ ਮਿਸਾਲਾਂ ਦਿੱਤੀਆਂ ਜਾਣ। ਅਸੀਂ ਤੇ ਇਹੀ ਗੱਲ ਕਵਾਂਗੇ ਕਿ ਜਿਹੜੀਆਂ ਸੇਵਾਵਾਂ ਸਾਡੇ ਸਮਾਜ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਦੀਆਂ ਮਿਸਾਲਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੀ ਜਿੱਦਾਂ ਹੁਣ ਤੱਕ ਅਸੀਂ ਸਿਰ ਉੱਚਾ ਕਰਕੇ ਜਿਉਏ ਆ, ਅੱਗੇ ਵੀ ਸਿਰ ਉੱਚਾ ਕਰਕੇ ਇਸੇ ਤਰ੍ਹਾਂ ਜਿਉਂਦੇ ਰਹਾਂਗੇ। ਸਾਡੀ ਜਿਹੜਾ ਸਾਡਾ ਸਮਾਜ, ਸਾਡੀ ਕੌਮ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਸੀ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹੇਗਾ। ਔਰ ਅਸੀਂ ਇੱਕ ਗੱਲ ਇਹ ਵੀ ਦੱਸ ਦਈਏ ਕਿ ਜਿੱਦਾਂ ਭਾਈ ਸਾਹਿਬ ਹੋਣਾ ਦੇ ਅਸੀਂ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਉਂਕਿ ਇਹਨਾਂ ਦੇ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ, ਲੇਕਿਨ ਅਸੀਂ ਕਿਸੇ ਦਾ ਵੀ ਪਰਸਨਲੀ ਸੁਝਾਅ, ਜਿੱਦਾਂ ਕਹਿੰਦੇ ਨੇ ਕਿ ਪਰਸਨਲੀ ਤੌਰ ਤੇ ਚਾਹੇ ਉਹ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖ ਕੇ ਕਿਤੇ ਕਿਸੇ ਪਾਰਟੀ ਦੇ ਨਾਲ ਕੋਈ ਗੱਲ ਕਰ ਰਹੇ ਨੇ, ਕੋਈ ਨਾਅਰੇ ਲਾਏ ਜਾ ਰਹੇ ਨੇ, ਉਹ ਇੱਕ ਬਾਣੀ ਚੈਨਲ ਨਹੀਂ ਵਿਖਾਏਗਾ ਕਿਉਂਕਿ ਅਸੀਂ ਪਰਸਨਲੀ ਤੌਰ ਤੇ, ਜਾਤੀ ਤੌਰ ਤੇ ਕਿਸੇ ਦੀ ਕੋਈ ਗੱਲ ਨਹੀਂ ਦਿਖਾਵਾਂਗੇ। ਅਸੀਂ ਤਾਂ ਸਿੱਖ ਸਮਾਜ ਕੀ ਕਰ ਰਿਹਾ, ਸਾਡੇ ਭੈਣ ਭਰਾ ਸਰਦਾਰ ਸੰਤਪਾਲ ਸਿੰਘ ਜੀ ਇਹ ਕਿਹਦੇ ਲਈ ਕਰ ਰਹੇ ਨੇ, ਕਿਹਦੇ ਨਾਲ ਜੁੜੇ ਹੋਏ ਨੇ, ਸਿੱਖ ਸਮਾਜ ਦੇ ਨਾਲ ਜੁੜੇ ਹੋਏ ਨੇ। ਸੇਵਾਵਾਂ ਕਿਹਨਾਂ ਨਾਲ ਮਿਲ ਕੇ ਕਰ ਰਹੇ ਨੇ, ਸਿੱਖ ਸਮਾਜ ਦੇ ਰਾਹੀਂ ਕਰ ਰਹੇ ਨੇ। ਕਿਹਨਾਂ ਦੀਆਂ ਸੇਵਾਵਾਂ ਕਰ ਰਹੇ ਨੇ, ਮਾਨਵਤਾ ਦੀ ਸੇਵਾ ਕਰ ਰਹੇ ਨੇ, ਅਸੀਂ ਜ਼ਰੂਰ ਵਿਖਾਵਾਂਗੇ। ਔਰ ਤੁਸੀਂ ਅਗਰ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਪੂਰੀ ਮਾਨਵਤਾ ਨੂੰ, ਸਮਾਜ ਨੂੰ, ਔਰ ਜਿਹੜੇ ਦਰਸ਼ਕ ਤੁਹਾਨੂੰ ਵੇਖ ਰਹੇ ਨੇ, ਤੁਹਾਡੇ ਵੱਲੋਂ ਕੀ ਮੈਸੇਜ ਰਹੇਗਾ? ਸਾਡੇ ਵੱਲੋਂ ਮੈਸੇਜ ਇਹੋ ਹੈ ਕਿ ਜਿਹੜਾ ਸਾਡਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੱਸਿਆ ਹੋਇਆ ਮਿਸ਼ਨ ਹੈ, ਵੰਡ ਛਕੋ, ਨਾਮ ਜਪੋ ਤੇ ਕਿਰਤ ਕਰੋ। ਬਸ ਇਸ ਤੇ ਅਸੀਂ ਚੱਲਣਾ ਹੈ। ਜਦੋਂ ਅਸੀਂ ਇਸ ਤੇ ਚੱਲਾਂਗੇ ਤੇ ਸੰਸਾਰ ਭਰ ਦੇ ਵਿੱਚ ਖਾਲਸੇ ਪੰਥ ਦੀ ਜੈ ਜੈਕਾਰ ਹੋਵੇਗੀ, ਕਿਉਂਕਿ ਸੇਵਾ ਵੀ ਆਉਂਦੀ ਹੈ ਇਸ ਵਿੱਚ, ਸਿਮਰਨ ਵੀ ਆਉਂਦਾ ਇਸ ਵਿੱਚ ਤੇ ਵੰਡ ਛਕਣਾ ਵੀ ਆਉਂਦਾ ਹੈ, ਇਹਦੇ ਵਿੱਚ ਲੰਗਰ ਪਾਣੀ ਵੀ ਆਉਂਦਾ ਹੈ। ਸੋ ਮੇਰੀ ਬੇਨਤੀ ਹੈ ਸਮੂਹ ਸੰਗਤਾਂ ਨੂੰ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਸਾਇਆ ਹੋਇਆ ਮਿਸ਼ਨ ਜਿਹੜਾ ਹੈ, ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ। ਜਦੋਂ ਅਸੀਂ ਕਿਰਤੀ ਬਣਾਂਗੇ ਤੇ ਅਸੀਂ ਹੋਰਾਂ ਦੀ ਮਦਦ ਕਰ ਸਕਦੇ ਹਾਂ। ਜਦੋਂ ਨਾਮ ਜਪਾਂਗੇ ਤੇ ਸਾਡੇ ਵਿੱਚ ਸੁਭਾਅ ਜਿਹੜਾ ਹੈ ਉਹ ਬਿਲਕੁਲ ਨਰਮ ਸੁਭਾਅ ਆਏਗਾ ਕਿ ਜਿਸ ਦੇ ਨਾਲ ਅਸੀਂ ਤੇ ਵੰਡ ਛਕਣ ਦੀ ਗੱਲ ਹੋਵੇਗੀ। ਜੋ ਅਸੀਂ ਕਮਾਵਾਂਗੇ ਸਾਰਿਆਂ ਨੂੰ ਵੰਡ ਛਕਣਗੇ ਤਾਂ ਇਹ ਸਾਡੇ ਜਿਹੜੇ ਧਰਮ ਹੈ ਉੱਚਾ ਤੇ ਸੁੱਚਾ ਜਿਸ ਤਰ੍ਹਾਂ ਚੱਲਦਾ ਆਇਆ ਹੈ ਇਸ ਤੋਂ ਹੋਰ ਅੱਗੇ ਹੋਰ ਚੱਲੇਗਾ ਜਦੋਂ ਅਸੀਂ ਇਹਨਾਂ ਤਿੰਨ ਚੀਜ਼ਾਂ ਦਾ ਸਿਰਫ ਬੇਸਿਕ ਗੁਰੂ ਨਾਨਕ ਸਾਹਿਬ ਦੇ ਤਿੰਨ ਇਹਨਾਂ ਤੇ ਅਮਲ ਕਰਾਂਗੇ, ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ। ਹੋਰ ਮੇਰੀ ਬੇਨਤੀ ਸਮੂਹ ਸਾਧ ਸੰਗਤ ਅੱਗੇ ਹੈ ਆਪ ਜੀ ਦੇ ਚਰਨਾਂ ਰਾਹੀਂ, ਚੈਨਲ ਦੇ ਰਾਹੀਂ, ਕਿ ਕਿਰਪਾ ਕਰਕੇ ਜਿੰਨੇ ਵੀ ਸਾਡੇ ਲੋਕ ਹਨ ਉਹ ਜਿਹੜੇ ਹਨ ਵੈਕਸੀਨ ਕਰਨ ਅਤੇ ਜਦ ਤੱਕ ਗੌਰਮੈਂਟ ਵੀ ਸਾਡੇ ਨਾਲ ਸਹਿਯੋਗਕਾਰੀ ਹੈ ਲਾਕਡਾਊਨ ਦਾ, ਅਸੀਂ ਗੌਰਮੈਂਟ ਦਾ ਵੀ ਸਹਿਯੋਗ ਦਈਏ, ਨਾ ਬਾਹਰ ਨਿਕਲੀਏ, ਨਾ ਫਜ਼ੂਲ ਇਧਰ ਉਧਰ ਭੇਜ, ਤਾਂ ਕਿ ਜਿਹੜਾ
ਆਪਣੀ ਇੱਕ ਤੇ ਅਸੀਂ ਆਪਣੀ ਸਿੱਖੀ ਨੂੰ ਬਚਾ ਸਕੀਏ, ਇੱਕ ਸਿੱਖ ਲੋਕ ਨੂੰ ਬਚਾ ਸਕੀਏ, ਦੂਜੀ ਮਨ ਜਿਹੜੇ ਸਾਡੇ ਮਾਨਤਾ ਹੈ ਉਹਨਾਂ ਨੂੰ ਬਚਾ ਸਕੀਏ, ਜਿਹੜੇ ਸਾਡੇ ਇਸ ਵਕਤ ਦੁਨੀਆ ਇਸ ਨਾਲ ਪੀੜਤ ਹੋਈ ਹੈ, ਹੋਰ ਨਾ ਲੋਕ ਪੀੜਤ ਹੋਣ। ਅਸੀਂ ਘਰਾਂ ਵਿੱਚ ਹੀ ਬੈਠੇ ਰਹੀਏ ਜਾਂ ਗੌਰਮੈਂਟ ਦਾ ਵੀ ਸਾਥ ਦਈਏ ਤਾਂ ਕਿ ਅਸੀਂ ਜਿਹੜਾ ਇਹ ਇਸ ਬਿਮਾਰੀ ਹੈ ਇਸ ਤੋਂ ਬੜੇ ਸੁਰਖਰੂ ਹੋ ਕੇ ਨਿਕਲੀਏ। जी। और भाई साहब जी मेरा एक सवाल ਇੱਥੇ ਇਹ ਵੀ ਰਹੇਗਾ ਕਿ ਔਰ ਮੈਨੂੰ ਲੱਗਦਾ ਕਿ ਚਲੋ ਪੁੱਛ ਲੈਣਾ ਚਾਹੀਦਾ ਕਿ ਸਾਡਾ ਜਿੱਦਾਂ ਹੁਣ ਅਸੀਂ ਦੇਖ ਰਹੇ ਹਾਂ ਸਾਡੀ ਜਿਹੜੀ ਇਹ ਜਨਰੇਸ਼ਨ ਹੈ ਸਾਡੀ ਕਿਸੇ ਕਾਰਨਾਂ ਦੇ ਕਰਕੇ, ਕਾਰਨ ਕੀ ਨੇ ਅਸੀਂ ਸਾਰੇ ਜਾਣੂ ਹੈਗੇ ਆ ਕਿ ਪੰਜਾਬੀ ਸਾਡੀ ਮਾਂ ਬੋਲੀ, ਇਹਦੇ ਨਾਲੋਂ ਅਸੀਂ ਥੋੜਾ ਜਿਹਾ ਪਰੇ ਹੋ ਗਏ ਆ ਕਿਸੇ ਕਾਰਨ ਦੇ ਕਰਕੇ, ਔਰ ਸਾਨੂੰ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਲਾਗੂ ਵੀ ਨਹੀਂ ਕੀਤੀ ਗਈ ਹੈ, ਇਹ ਵੀ ਸਾਨੂੰ ਬਹੁਤ ਦੁੱਖ ਲੱਗਿਆ ਕਿ ਕਿਉਂ ਨਹੀਂ ਲਾਗੂ ਕੀਤੀ ਗਈ, ਤੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਕਿ ਪੰਜਾਬੀ ਭਾਸ਼ਾ ਦੇ ਨਾਲ ਸਾਡੀ ਹੋਣ ਵਾਲੀ ਪੀੜ੍ਹੀ ਨੂੰ ਜੋੜਿਆ ਜਾ ਸਕੇ ਕਿ ਦੇਖੋ ਜੀ, ਅਸੀਂ ਤੇ ਜਦੋਂ ਇਹ ਪੰਜਾਬੀ ਭਾਸ਼ਾ ਲਾਗੂ ਨਹੀਂ ਕੀਤੀ ਗਈ ਤਦੋਂ ਅਸੀਂ ਪ੍ਰੈਸ ਕਾਨਫਰੰਸਾਂ ਦਿੱਤੀਆਂ ਨੇ, ਤਦੋਂ ਅਸੀਂ ਗਵਰਨਰ ਸਾਹਿਬ ਨੂੰ ਵੀ ਇੱਕ ਮੈਮੋਰੈਂਡਮ ਭੇਜਿਆ, ਅਸੀਂ ਸਾਰੇ ਜਿਹੜੇ ਅਫਸਰ ਉਹਨਾਂ ਨੂੰ ਮਿਲੇ ਹਾਂ, ਜਿੱਥੇ ਪ੍ਰੋਟੈਸਟ ਹੀ ਬੜੇ ਹੋਏ ਨੇ, ਪਰ ਇਹਨਾਂ ਨੇ ਨਹੀਂ ਕੀਤੀ। ਪਰ ਅਸੀਂ ਆਪਣੀ ਮਾਂ ਬੋਲੀ ਆਪਣੀ ਜਿਹੜੀ ਹੈ ਘਰ ਤੋਂ ਸਟਾਰਟ ਕਰਨੀ ਹੈ। ਅਸੀਂ ਆਪਣੇ ਘਰਾਂ ਦੇ ਵਿੱਚ ਵੀ ਬੱਚਿਆਂ ਦੇ ਨਾਲ ਮਾਂ ਬੋਲੀ ਬੋਲੀਏ, ਪੰਜਾਬੀ ਬੋਲੀਏ, ਬੱਚਿਆਂ ਨੂੰ ਪੰਜਾਬੀ ਪੜ੍ਹਾਈਏ, ਬੱਚਿਆਂ ਨੂੰ ਪੰਜਾਬੀ ਸਿਖਾਈਏ, ਕਿਉਂਕਿ ਅਸੀਂ ਸਾਡੇ ਜੇ ਘਰ ਤੋਂ ਹੀ ਬੋਲੀ ਬੋਲੇਗੀ ਤੇ ਤਾਂ ਅਸੀਂ ਜਿਹੜੀ ਹੈ ਪੰਜਾਬੀ ਮਾਂ ਬੋਲੀ ਹੈ ਉਹ ਹੋਰ ਵਧੇਗੀ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਤਲਬ ਸਾਨੂੰ ਭਾਵੇਂ ਗਵਰਨਮੈਂਟ ਨੇ ਇਹ ਸਰਕਾਰੀ ਜ਼ਬਾਨ ਨਹੀਂ बढ़ाई ਪੰਜਾਬੀ, ਪਰ ਅਸੀਂ ਆਪਣੇ ਆਪ ਤੇ ਪੰਜਾਬੀ, ਕਿਉਂਕਿ ਸਾਡੀ ਲਿਪੀ ਜਿਹੜੀ ਹੈ ਉਹ ਗੁਰਮੁਖੀ ਹੈ, ਗੁਰੂ ਗ੍ਰੰਥ ਸਾਹਿਬ ਸਾਡਾ ਗੁਰਮੁਖੀ ਦੇ ਵਿੱਚ ਹੈ, ਅਸੀਂ ਇਹਨੂੰ ਪੜ੍ਹਨਾ ਹੈ। ਜੇ ਅਸੀਂ ਪੰਜਾਬੀ ਪੜ੍ਹਾਂਗੇ ਤਾਂ ਅਸੀਂ ਗੁਰੂ ਦੇ ਨਾਲ ਜੁੜਾਂਗੇ, ਤਾਂ ਅਸੀਂ ਸੇਵਾਵਾਂ ਕਰ ਸਕਾਂਗੇ, ਤਾਂ ਅਸੀਂ ਸਿਮਰਨ ਕਰ ਸਕਾਂਗੇ, ਜਦੋਂ ਬੇਸ ਜਿਹੜਾ ਹੈ ਉਹ ਪੰਜਾਬੀ ਦੇ ਨਾਲ ਜੁੜਾਂਗੇ। ਸੋ ਮੇਰੀ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਸਾਰੇ ਆਓ ਮਿਲ ਜੁਲ ਕੇ ਅਸੀਂ ਆਪਣੇ ਘਰਾਂ ਦੇ ਵਿੱਚ ਸਾਰੇ ਘਰਾਂ ਤੋਂ ਸਟਾਰਟ ਕਰੀਏ, ਪੰਜਾਬੀ ਬੋਲੀਏ, ਪੰਜਾਬੀ ਪੜ੍ਹੀਏ, ਪੰਜਾਬੀ ਲਿਖੀਏ, ਤਾਂ ਜੇ ਅਸੀਂ ਉਸ ਜਿਹੜਾ ਸਾਡਾ ਗੁਰੂ ਹੈ ਉਹਦੇ ਆਦੇਸ਼ ਅਸੀਂ ਜੇ ਦਸਾਇਆ ਹੋਇਆ ਪੰਜਾਬੀ ਦਾ ਉਹਨੂੰ ਅਸੀਂ ਅੱਗੇ ਤੋਰਾਂਗੇ। ਤੇ ਜਿਸ ਵਕਤ ਸਾਡੇ ਵਿੱਚ ਪੰਜਾਬੀ ਹੋ ਜਾਵੇਗੀ, ਘਰਾਂ ਵਿੱਚ ਹੋ ਜਾਵੇਗੀ ਤਾਂ ਅਸੀਂ ਕੁਦਰਤੀ ਫਿਰ ਇਸ ਨੂੰ ਜਿਹੜਾ ਫੈਲਾਵ ਜਿਹੜਾ ਹੈ ਉਹ ਜ਼ਿਆਦਾ ਹੋ ਜਾਵੇਗਾ, ਭਾਵੇਂ ਗਵਰਨਮੈਂਟ ਨੇ ਨਹੀਂ ਕੀਤੀ ਪਰ ਸਾਡੇ ਆਪਣੇ ਕੋਲ ਹੋ ਜਾਵੇਗੀ। ਇਸ ਵਕਤ ਤੁਸੀਂ ਦੇਖ ਲਓ ਕਿ ਪੂਰੇ ਵਿਸ਼ਵ ਭਰ ਦੇ ਵਿੱਚ ਸਿੱਖ ਸੰਗਤਾਂ ਨੇ ਹਰ ਜਗ੍ਹਾ ਤੇ ਲੰਗਰ ਲਗਾਏ ਨੇ, ਹਰ ਜਗ੍ਹਾ ਮਾਨਤਾ ਸੇਵਾ ਕਰ ਰਹੇ ਹਨ। ਉਹਨਾਂ ਨੇ ਕਿਸੇ ਨੇ ਜ਼ਬਰਦਸਤੀ ਕੀਤੀ ਹੈ ਨਹੀਂ, ਉਹਨਾਂ ਦੇ ਅੰਦਰ ਭਾਵਨਾ ਸੀ, ਉਹਨਾਂ ਦੇ ਵੀ ਭਾਵਨਾ ਸੀ ਕਿ ਭਾਈ ਤੁਸੀਂ ਭਾਵਨਾ ਸੀ ਕਿ ਭਾਈ ਸਾਡੇ ਅੰਦਰ ਭਾਵਨਾ ਹੈ ਸੇਵਾ ਦੀ, ਅਸੀਂ ਸੇਵਾ ਕਰ ਰਹੇ ਹਾਂ, ਸਾਡੇ ਅੰਦਰ ਭਾਵਨਾ ਹੈ ਕਿ ਅਸੀਂ ਮਨੁੱਖਤਾ ਦੀ ਸੇਵਾ ਕਰੀਏ, ਨਾ ਕਿ ਆਪਣੇ ਧਰਮ ਦੀ, ਅਸੀਂ ਮਨੁੱਖਤਾ ਦੀ ਸੇਵਾ ਦੇ ਵਾਸਤੇ ਹਾਂ। ਸੋ ਅਸੀਂ ਮਨੁੱਖਤਾ ਦੀ ਸੇਵਾ ਕਰਨੀ ਹੈ ਇਸ ਤਰ੍ਹਾਂ ਹੀ, ਤੇ ਜਿਹੜੇ ਪੰਜਾਬੀ ਅਸੀਂ ਘਰਾਂ ਤੋਂ ਇਹਨੂੰ ਪੜ੍ਹੀਏ, ਪੜ੍ਹਾਈਏ, ਬੱਚਿਆਂ ਨੂੰ ਪੜ੍ਹਾਈਏ। ਬਸ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਸਾਡੀ ਗੱਲ ਨੂੰ ਆਪ ਜੀ ਨੇ ਪਹੁੰਚਾਇਆ ਹੈ। ਮੇਰੇ ਤੋਂ ਪਹਿਲੇ ਮੇਰੇ ਇੱਕ ਐਗਜ਼ੀਕਿਊਟਿਵ ਮੈਂਬਰ ਸਰਦਾਰ ਇੰਦਰਜੀਤ ਸਿੰਘ ਜੀ ਨੇ ਵੀ ਪਰਸੋਂ ਇਹ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ, ਉਹਨਾਂ ਨੇ ਵੀ ਇਹ ਗੱਲ ਆਖੀ ਹੈ, ਉਹਨਾਂ ਨੇ ਵੀ ਸ਼ਲਾਘਾਯੋਗ ਦੱਸਿਆ ਸੀ ਕਿ ਅਸੀਂ ਕੀ ਕਰ ਰਹੇ ਹਾਂ। ਤੇ ਅੱਜ ਆਪ ਜੀ ਨੇ ਮੈਨੂੰ ਪੁੱਛਿਆ, ਮੈਂ ਦਾਸ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਅੱਜ ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਉਹ ਪੂਰੇ ਪੰਥ ਤੱਕ, ਪੂਰੇ ਸੰਸਾਰ ਤੱਕ ਪਹੁੰਚਾਉਂਦੇ ਹੋ। ਗੁਰਦੁਆਰਾ ਪ੍ਰਬੰਧਕ ਕਮੇਟੀ ਬਡਗਾਮ ਆਪ ਜੀ ਦੇ ਇੱਕ ਬਾਣੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਬਿਲਕੁਲ, ਔਰ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਤੁਸੀਂ ਵੀ ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ, ਔਰ ਸਾਡੇ ਜਿਹੜੇ ਦਰਸ਼ਕ ਤੁਹਾਨੂੰ ਲਾਈਵ ਦੇਖ ਰਹੇ ਨੇ ਉਹਨਾਂ ਦੇ ਨਾਲ ਸਾਂਝੇ ਕੀਤੇ ਨੇ, ਕਿਉਂਕਿ ਤੁਹਾਡੇ ਵਰਗੇ ਵੀਰਾਂ ਦਾ ਤੁਸੀਂ ਜਿਹੜੇ ਫਰੰਟ ਫੁੱਟ ਤੇ ਆ ਕੇ ਸੇਵਾਵਾਂ ਦੇ ਰਹੇ ਹੋ ਨੇ, ਤੁਹਾਡੇ ਸੁਝਾਅ ਜਿਹੜੇ ਸਾਡੇ ਲਈ ਬਹੁਤ ਕੀਮਤੀ ਹੁੰਦੇ ਨੇ, ਕਿਉਂਕਿ ਤੁਹਾਡੇ ਤੋਂ ਸੁਝਾਅ ਲੈ ਕੇ ਹੀ ਅਸੀਂ ਤੁਰਦੇ ਹਾਂ, ਤੁਹਾਡੇ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਕੀ ਅਗਾਂਹ ਹੋਣਾ ਚਾਹੀਦਾ, ਕਿਸ ਤਰ੍ਹਾਂ ਅਸੀਂ ਕਰਨਾ ਹੈ, ਕਿਉਂਕਿ ਵੱਡਿਆਂ ਦੇ ਕਹਿੰਦੇ ਨੇ ਨਕਸ਼ੇ ਕਦਮ ਤੇ ਹੀ ਅਸੀਂ ਤੁਰਨਾ ਹੈਗਾ, ਔਰ ਸਮੇਂ-ਸਮੇਂ ਦੇ ਤੁਹਾਡੇ ਸੁਝਾਵਾਂ ਦੀ ਜਿਹੜੀ ਸਾਨੂੰ ਜ਼ਰੂਰਤ ਜ਼ਰੂਰਤ ਪੈਂਦੀ ਰਹਿੰਦੀ ਹੈ। ਸੇਧਾਂ ਵੀ ਮਿਲਦੀਆਂ ਹਨ, ਬਜ਼ੁਰਗਾਂ ਦੀ ਸੇਧਾਂ ਵੀ ਮਿਲਦੀਆਂ ਹਨ ਤੇ ਇਨਸਾਨ ਭਟਕਦਾ ਵੀ ਨਹੀਂ ਕਿਤੇ। ਜੀ 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 ਬਿਲਕੁਲ। ਔਰ ਇੱਥੇ ਕੁਲਵੰਤ ਸਿੰਘ ਵੀਰ ਜੀ ਲਿਖ ਰਹੇ ਨੇ ਕਿ ਪੰਜਾਬੀ ਭਾਸ਼ਾ ਤੇ ਉਹ ਗੱਲ ਕਰਨਾ ਚਾਹੁੰਦੇ ਨੇ। ਬਿਲਕੁਲ ਵੀਰ ਜੀ, ਅਸੀਂ ਇਸ ਮੁੱਦੇ ਤੇ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ, ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ। ਤੇ ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੁਸੀਂ ਬਾਣੀ ਚੈਨਲ ਦੇ ਰਾਹੀਂ ਸਾਨੂੰ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ, ਪੂਰੇ ਸਮਾਜ ਨੂੰ ਬਹੁਤ ਵਧੀਆ ਜਿਹੜਾ ਸੁਨੇਹਾ ਵੀ ਦਿੱਤਾ ਗਿਆ। ਔਰ ਅਸੀਂ ਅਰਦਾਸ ਕਰਾਂਗੇ ਕਿ ਪਰਮਾਤਮਾ ਵਾਹਿਗੁਰੂ
ਤੁਹਾਨੂੰ ਤੰਦਰੁਸਤੀ ਬਖਸ਼ਣ ਔਰ ਇਦਾਂ ਹੀ ਤੁਸੀਂ ਸਮਾਜ ਦੀਆਂ ਜਿਹੜੀਆਂ ਸੇਵਾਵਾਂ ਕਰਦੇ ਰਹੋ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਡਗਾਮ ਕਸ਼ਮੀਰ ਤੋਂ ਸਰਦਾਰ ਸੰਤਪਾਲ ਸਿੰਘ ਜੀ, ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਦੇ ਪ੍ਰਤੀ ਸਾਨੂੰ ਜਾਣਕਾਰੀ ਦਿੱਤੀ ਹੈ, ਕਿੱਦਾਂ ਉੱਥੋਂ ਸੇਵਾਵਾਂ ਚੱਲ ਰਹੀਆਂ ਨੇ ਔਰ ਸੁਨੇਹਾ ਦਿੱਤਾ ਸਮਾਜ ਨੂੰ। ਔਰ ਅਸੀਂ ਇਹ ਚਾਹੁੰਦੇ ਹਾਂ ਕਿ ਕੋਈ ਵੀ ਸਾਡੇ ਨਾਲ ਇਕਬਾਣੀ ਚੈਨਲ ਤੇ ਆਪਣੇ ਲਾਈਵ ਜਿਹੜੇ ਸੁਝਾਅ ਦੇਣਾ ਚਾਹੁੰਦੇ ਨੇ, ਗੱਲਬਾਤ ਕਰਨੀ ਚਾਹੁੰਦੇ ਨੇ ਸਮਾਜ ਦੇ ਪ੍ਰਤੀ, ਤੁਸੀਂ ਆਪਣਾ ਨੰਬਰ ਆ ਜਿਹੜੇ ਸਾਨੂੰ ਇੱਥੇ ਕਮੈਂਟ ਬਾਕਸ ਦੇ ਰਾਹੀਂ ਲਿਖ ਸਕਦੇ ਹੋ। ਅਸੀਂ ਤੁਹਾਡੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ। ਇਕਬਾਣੀ ਚੈਨਲ ਹਮੇਸ਼ਾ ਹੀ ਸਿੱਖ ਸਰਗਰਮੀਆਂ, ਸਿੱਖ ਗਤੀਵਿਧੀਆਂ, ਸਿੱਖ ਸਮਾਜ ਦੇ ਨਾਲ ਜੁੜੀਆਂ ਸੇਵਾਵਾਂ ਨੂੰ ਇਕਬਾਣੀ ਚੈਨਲ ਸਾਰੇ ਦਰਸ਼ਕਾਂ ਦੇ, ਪੂਰੀ ਸਾਰੀ ਸੰਗਤ ਦੇ ਰੂਬਰੂ ਕਰਦਾ ਰਹੇਗਾ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।